ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਮੇਰੇ ਨਾਲ ਪੰਜਾਬਨਾਮਾ ਦੇ ਸੰਪਾਦਕ ਤੇ ਸੀਨੀਅਰ ਪੱਤਰਕਾਰ ਗੁਰਮਿੰਦਰ ਸਿੰਘ ਸਮਦ ਮੌਜੂਦ ਨੇ। ਹੁਣ ਤੱਕ ਦੀਆਂ ਵੱਡੀਆਂ ਖਬਰਾਂ ਤੇ ਵੱਡੇ ਮੁੱਦਿਆਂ ਉੱਤੇ ਚਰਚਾ ਕਰਾਂਗੇ। ਸਵਾਗਤ ਹੈ ਤੁਹਾਡਾ ਸਮਦ ਸਾਹਿਬ। ਸ਼ੁਕਰੀਆ ਸੁਖਵਿੰਦਰ ਜੀ, ਬਹੁਤ ਬਹੁਤ ਸ਼ੁਕਰੀਆ। ਧੰਨਵਾਦ ਸਮਦ ਸਾਹਿਬ। ਇੱਕ ਪਾਸੇ ਤਾਂ ਕੇਂਦਰ ਸਰਕਾਰ ਨੇ ਜਿਹੜੀ MSP ਕਮੇਟੀ ਬਣਾਈ ਸੀ, ਉਹਨੂੰ ਲੈ ਕੇ ਕਿਸਾਨ ਕਹਿੰਦੇ ਨੇ ਕਿ ਅਸੀਂ ਉਸ ਕਮੇਟੀ ਦੇ ਵਿੱਚ ਕਿਸੇ ਵੀ ਮੀਟਿੰਗ ਦੇ ਵਿੱਚ ਸ਼ਾਮਲ ਨਹੀਂ ਹੋਣਾ। ਉਹ ਹੋ ਵੀ ਨਹੀਂ ਰਹੇ। ਮੀਟਿੰਗਾਂ ਉਹਨਾਂ ਦੀਆਂ ਸਰਕਾਰੀ ਪੱਧਰ ਦੇ ਉੱਤੇ ਕੇਂਦਰ ਸਰਕਾਰ ਵੱਲੋਂ ਜਿਹੜੀਆਂ ਕਮੇਟੀ ਬਣਾਈ ਗਈ ਸੀ ਉਹ ਚੱਲ ਰਹੀਆਂ ਨੇ, ਪਰ ਕਿਸਾਨਾਂ ਦੇ ਵਿੱਚ ਵੀ ਪਾੜ ਪੈਂਦਾ ਨਜ਼ਰ ਆ ਰਿਹਾ। ਜਦੋਂ ਦੀ ਇਹ ਕਮੇਟੀ ਬਣੀ ਹੈ ਜਾਂ ਜਦੋਂ ਦਾ ਕਿਸਾਨ ਮੋਰਚਾ ਖਤਮ ਹੋਇਆ ਉਸ ਦਿਨ ਤੋਂ ਬਾਅਦ ਹੁਣ ਜਿਹੜੇ ਡੱਲੇਵਾਲ ਸਾਹਿਬ ਨੇ, ਪੰਜਾਬ ਦੇ ਲੀਡਰ ਸੀ, ਉਹ ਤੇ ਸ਼ਿਵ ਕੁਮਾਰ ਕੱਕਾ, ਉਹਨਾਂ ਨੂੰ SKM ਦੇ ਵਿੱਚੋਂ ਬਾਹਰ ਕਰ ਦਿੱਤਾ ਗਿਆ ਤੇ ਯੋਗੇਂਦਰ ਯਾਦਵ ਜਿਹੜੇ SKM ਦੇ ਵਿੱਚ ਅਹਿਮ ਫੇਸ ਮੰਨੇ ਜਾਂਦੇ ਸੀ, ਉਹਨਾਂ ਨੇ ਅਸਤੀਫਾ ਦੇ ਦਿੱਤਾ। ਇਹਨੂੰ ਹੁਣ ਕਿਸ ਤਰ੍ਹਾਂ ਦੇਖਿਆ ਜਾਏ ਕਿ ਅੱਗੇ ਕਿਸਾਨਾਂ ਦੀਆਂ ਮੰਗਾਂ ਬਹੁਤ ਵੱਡੀਆਂ ਨੇ। ਸਰਕਾਰ ਦੇ ਨਾਲ ਮੱਥਾ ਲਾਉਣ ਦੇ ਲਈ ਇੱਕ ਤਾਕਤ ਵੀ ਚਾਹੀਦੀ ਹੈ। ਪੰਜਾਬ ਦੇ ਵਿੱਚ ਕਿਸਾਨ ਜਥੇਬੰਦੀਆਂ ਦਾ ਪਾਟੋ ਧਾੜ ਹੋਣਾ ਤੇ ਹੁਣ ਨੈਸ਼ਨਲ ਲੈਵਲ ਦੇ ਉੱਤੇ ਵੀ। ਸੁਖਵਿੰਦਰ, ਗੁਰੂ ਨਾਨਕ ਸਾਹਿਬ ਦੇ ਆਗਮਨ ਪੁਰਬ ਦੇ ਉੱਪਰ ਪਿਛਲੇ ਸਾਲ ਨਰਿੰਦਰ ਮੋਦੀ ਨੇ ਜਦੋਂ ਸਾਰਾ ਕੁਝ ਵਾਪਸ ਲੈ ਲਿਆ ਸੀ ਅਚਨਚੇਤ, ਉਦੋਂ ਸਾਡੀਆਂ ਕਿਸਾਨ ਜਥੇਬੰਦੀਆਂ ਨੂੰ ਇਹ ਭਾਵ ਉਹਨਾਂ ਦੇ ਉਤਪੰਨ ਹੋਇਆ ਮਨਾਂ ਵਿੱਚ ਕਿ ਅਸੀਂ ਲੜਾਈ ਜਿੱਤ ਗਏ, ਜਦੋਂ ਕਿ ਉਹ ਲੜਾਈ ਜਿੱਤ ਕੇ ਹਾਰ ਗਏ ਸੀ। ਕਿਉਂਕਿ ਨਰਿੰਦਰ ਮੋਦੀ ਇੰਨੀ ਜ਼ਿਆਦਾ ਚਲਾਕੀ ਖੇਡ ਗਿਆ ਇਹਨਾਂ ਦੇ ਨਾਲ ਕਿ ਉਹਦੇ ਲਈ ਕਿਸਾਨਾਂ ਦੀਆਂ ਮੰਗਾਂ ਮਹੱਤਤਾ ਨਹੀਂ ਰੱਖਦੀਆਂ ਸੀ, ਉਹਦੇ ਲਈ ਉੱਤਰ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਮਹੱਤਤਾ ਰੱਖਦੀਆਂ ਸਨ। ਉਹਦੇ ਲਈ ਪੰਜਾਬ ਦੀਆਂ ਚੋਣਾਂ ਵੀ ਮਹੱਤਤਾ ਨਹੀਂ ਰੱਖਦੀਆਂ ਸੀ। ਉਹਦੇ ਲਈ ਕੇਵਲ ਤੇ ਕੇਵਲ ਉੱਤਰ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਮਹੱਤਤਾ ਰੱਖਦੀਆਂ ਸਨ। ਔਰ ਉਸਨੇ ਉਹ ਚੋਣਾਂ, ਜੋ ਕਿ ਉਹਨੂੰ ਲੱਗ ਰਿਹਾ ਸੀ ਕਿ ਅਸੀਂ ਹਾਰ ਜਾਵਾਂਗੇ ਜਾਂ ਹਾਰ ਦੇ ਇੰਨਾ ਨੇੜੇ ਪਹੁੰਚ ਜਾਵਾਂਗੇ ਕਿ ਅਸੀਂ ਜਿੱਤ ਕੇ ਵੀ ਹਾਰ ਜਾਵਾਂਗੇ, ਉਸ ਹਾਰ ਨੂੰ ਉਹਨੇ ਆਪਣੀ ਜਿੱਤ ਵਿੱਚ ਤਬਦੀਲ ਕਰ ਲਿਆ ਸਿਰਫ ਇੱਕ ਚੀਜ਼, ਫੈਸਲਾ ਵਾਪਸ ਲੈਣ ਨਾਲ। ਇੱਕਦਮ ਚੀਜ਼ ਸਿੱਟੀ ਸੀ, ਉਸੇ ਤਰੀਕੇ ਨਾਲ ਪੱਤੇ ਜਿਵੇਂ ਤਾਸ਼ ਦੇ ਸਿੱਟਦੇ ਆ ਉਵੇਂ ਚੱਕ ਲਏ। ਕਿਸਾਨਾਂ ਨੂੰ ਲੱਗਿਆ ਉਹ ਜਿੱਤ ਗਏ, ਔਰ ਉਸੇ ਜੋਸ਼ ਦੇ ਵਿੱਚ ਬਾਹਲੀਆਂ ਕਿਸਾਨ ਜਥੇਬੰਦੀਆਂ ਚੋਣਾਂ ਵਿੱਚ ਵੀ ਕੁੱਦ ਗਈਆਂ। ਬਾਅਦ ਵਿੱਚ ਉਹ ਗੱਲਾਂ ਸਾਫ਼ ਹੋ ਗਈਆਂ ਕਿ ਜਿਹੜੀਆਂ ਸਰਕਾਰ ਦੇ ਨਾਲ ਰਲੀਆਂ ਹੋਈਆਂ ਸੀ ਜਥੇਬੰਦੀਆਂ ਜਾਂ ਲੀਡਰ, ਜੋ ਪਹਿਲਾਂ ਤੋਂ ਵੀ ਸਰਕਾਰੀ ਲੀਡਰ ਮੰਨੇ ਹੋਏ ਨੇ, ਉਹ ਐਕਸਪੋਜ਼ ਹੋ ਗਏ ਤੇ ਕੁਝ ਵੱਡੀਆਂ ਤਾਕਤਾਂ ਜਿਹੜੀਆਂ ਕਿਸਾਨਾਂ ਦੀਆਂ ਸੀਗੀਆਂ ਉਹ ਇਹਨਾਂ ਤੋਂ ਦੂਰ ਰਹੀਆਂ। ਪਰ ਫਿਰ ਵੀ ਆਪਾਂ ਇਹ ਮੰਨ ਕੇ ਚੱਲਦੇ ਹਾਂ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ 92 ਸੀਟਾਂ ਦੀ ਰੂਪ ਰੇਖਾ ਦੇਣ ਦੇ ਵਿੱਚ ਕਿਸਾਨ ਮੋਰਚੇ ਦਾ ਬਹੁਤ ਵੱਡਾ ਹੱਥ ਹੈ। ਕਿਉਂਕਿ ਉੱਥੋਂ ਜਦੋਂ ਕਿਸਾਨ ਪਰਤੇ ਸੀ ਤਾਂ ਸਟੇਜਾਂ ਤੋਂ ਇਹੀ ਐਲਾਨ ਹੋਏ ਸੀ ਕਿ ਜਿਹਨੂੰ ਮਰਜ਼ੀ ਵੋਟ ਪਾ ਦਿਓ, ਅਕਾਲੀਆਂ ਤੇ ਕਾਂਗਰਸੀਆਂ ਨੂੰ ਨਾ ਪਾਏ। ਤੇ ਸਾਡੇ ਕੋਲੇ ਕੋਈ ਹੋਰ ਚਾਰਾ ਹੀ ਨਹੀਂ ਸੀ। ਤੀਸਰੀ ਧਿਰ ਤਾਂ ਆਮ ਆਦਮੀ ਪਾਰਟੀ ਬਣ ਕੇ ਉੱਭਰ ਹੀ ਚੁੱਕੀ ਸੀ। ਸੋ ਨਾ ਚਾਹੁੰਦੇ ਹੋ ਵੀ ਲੋਕਾਂ ਨੇ ਉਹਨੂੰ ਤੀਸਰਾ ਆਪਣਾ ਆਪਸ਼ਨ ਚੁਣ ਕੇ ਇੱਕ ਵੱਡੀ ਸਰਕਾਰ ਬਣਾ ਦਿੱਤੀ। ਉਦੋਂ ਬਾਅਦ ਆਮ ਆਦਮੀ ਪਾਰਟੀ ਦੇ ਉੱਪਰ ਕਿਸਾਨ ਜਥੇਬੰਦੀਆਂ ਨੇ ਆਪਣੇ ਫੋਰਸ ਲਈ ਕੁਝ ਫੈਸਲੇ ਥੋਪਣ ਦੀ ਕੋਸ਼ਿਸ਼ ਕੀਤੀ, ਪਰ ਜਦੋਂ ਕਿ ਆਪਾਂ ਨੂੰ ਪਤਾ ਕਿ ਪੰਜਾਬ ਸਰਕਾਰ ਦੇ ਖਜ਼ਾਨੇ ਵਿੱਚ ਹੀ ਕੁਝ ਨਹੀਂ ਹੈਗਾ ਤੇ ਆਮ ਆਦਮੀ ਪਾਰਟੀ ਦੇ ਲੀਡਰ ਡਰਾਮੇ ਕਰਨ ਦੇ ਵਿੱਚ ਬਹੁਤ ਮੁਹਾਰਤ ਰੱਖਦੇ ਨੇ, ਉਹ ਚਾਹੇ ਅਰਵਿੰਦ ਕੇਜਰੀਵਾਲ ਹੋਣ ਜਾਂ ਭਗਵੰਤ ਮਾਨ ਹੋਣ। ਉਹਨਾਂ ਨੇ ਹਰ ਵਾਰ ਮੀਟਿੰਗ ਕੀਤੀ, ਜਿੱਥੇ ਮੋਰਚੇ ਲੱਗੇ ਸੀ ਉੱਥੇ ਵੀ ਪਹੁੰਚ ਗਏ, ਕਿਸਾਨਾਂ ਦੀਆਂ ਮੋਰਚਾਬੰਦੀ ਖਤਮ ਕਰਦੇ ਰਹੇ ਤੇ ਇਹਨਾਂ ਨੂੰ ਵੀਕ ਹੁੰਦੇ ਰਹੇ। ਤੇ ਕੁਝ ਲੋਕ ਜਿਵੇਂ ਡੱਲੇਵਾਲ ਸਾਹਿਬ ਸੀ, ਆਪਣੀਆਂ ਮਰਜ਼ੀਆਂ ਤੇ ਉਤਰੇ ਆਏ, ਆਪਣੇ ਹੀ ਪ੍ਰੋਗਰਾਮ ਦੇਣ ਲੱਗ ਪਏ ਤੇ ਉਸ ਹਿਸਾਬ ਨਾਲ ਇਹ ਲੱਗਿਆ, ਮਤਲਬ ਜਿਹੜਾ ਸੰਯੁਕਤ ਕਿਸਾਨ ਮੋਰਚਾ ਸੀ, ਕਿ ਡੱਲੇਵਾਲ ਸਾਹਿਬ ਆਪਣੀ ਐਗਜ਼ਿਸਟੈਂਸ ਨੂੰ ਦਿਖਾਉਣ ਲਈ ਜਿਸ ਤਰੀਕੇ ਨਾਲ ਉਗਰਾਹਾਂ ਸਾਹਿਬ ਦੇ ਨਾਲ ਕੰਪੀਟੀਸ਼ਨ ਵਿੱਚ ਖੜੇ ਹੋ ਰਹੇ ਨੇ ਕਿ ਮੈਂ ਵੱਡਾ ਹੈਗਾ, ਜਿਵੇਂ ਉਗਰਾਹਾਂ ਸਾਹਿਬ ਨੇ ਉਸ ਤਰੀਕੇ ਨਾਲ ਮੈਂ ਵੀ ਆਪਣੇ ਅਲੱਗ ਤੋਂ ਪ੍ਰੋਗਰਾਮ ਦੇ ਕੇ ਅਲੱਗ ਤੋਂ ਹੀ ਕਾਰਜਸ਼ੀਲ ਹੋ ਕੇ ਇੱਕ ਵੱਡੀ ਫੋਰਸ ਬਣ ਕੇ ਉੱਭਰਾ। ਤੇ ਉਹ ਹੁਣ ਉਹਦੇ ਵਿੱਚ ਉਹਨਾਂ ਦਾ ਨਿੱਜੀ ਹਿੱਤ ਸੀ ਜਾਂ ਕਿਹੜੇ ਹਿੱਤ ਸੀ, ਪਰ ਉਹ ਸੰਯੁਕਤ ਕਿਸਾਨ ਮੋਰਚਾ ਨੂੰ ਰਾਸ ਨਹੀਂ ਆਏ ਤੇ ਉਹਨਾਂ ਨੇ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾਉਣਾ ਹੀ ਸੀ। ਇਹ ਤਾਂ ਬੜੇ ਦਿਨਾਂ ਤੋਂ ਚਰਚਾ ਚੱਲ ਰਹੀ ਸੀ ਕਿ ਇਹ ਪਾਟੋ ਧਾੜ ਸੰਯੁਕਤ ਕਿਸਾਨ ਮੋਰਚੇ ਵਿੱਚ ਹੋਣੀ ਤੈਅ ਆ। ਸੋ ਇਹਦੇ ਵਿੱਚ ਏਜੰਸੀਆਂ ਵੀ ਕੰਮ ਕਰ ਰਹੀਆਂ ਸੀ, ਰॉ ਦਾ ਵੀ ਬੜਾ ਜ਼ੋਰ ਲੱਗਿਆ ਸੀ, CID ਦਾ ਵੀ ਜ਼ੋਰ ਲੱਗਿਆ ਸੀ, ਪੰਜਾਬ ਸਰਕਾਰ ਦਾ ਵੀ ਜ਼ੋਰ ਲੱਗਿਆ ਹੋਇਆ ਸੀ, ਕੇਂਦਰ ਸਰਕਾਰ ਦਾ ਵੀ ਜ਼ੋਰ ਲੱਗਿਆ ਸੀ, ਔਰ ਦਿੱਲੀ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਦੀ ਹੈਗੀ ਉਹਦਾ ਵੀ ਜ਼ੋਰ ਲੱਗਿਆ ਸੀ। ਸੋ ਸਾਰੇ ਕਿਤੇ ਨਾ ਕਿਤੇ ਕਰਦੇ ਕਰਾਉਂਦੇ
ਹੁਣ ਉਹ ਸੰਯੁਕਤ ਕਿਸਾਨ ਮੋਰਚਾ ਨੂੰ ਉਸ ਪੱਧਰ ਦੇ ਉੱਪਰ ਦੁਬਾਰਾ ਜੁੜਨ ਨਹੀਂ ਦੇਣਾ ਚਾਹੁੰਦੇ, ਤਾਂ ਕਿ ਜਿਹੜਾ ਕੰਮ ਲਖੀਮਪੁਰ ਦੇ ਕਤਲकांड ਦੀ ਯਾਦਗਾਰਾਂ ਨੂੰ ਜਾਂ ਉਹਦੇ ਆਪਣੇ ਇਨਸਾਫ ਨੂੰ ਲੈ ਕੇ ਪੰਜਾਬ ਨਹੀਂ ਹਿੰਦੁਸਤਾਨ ਪੱਧਰ ਤੇ ਦੁਬਾਰਾ ਲਾਂਬੂ ਲੱਗ ਸਕਦਾ, ਉਹਦੇ ਤੋਂ ਬਚਣ ਲਈ ਸਰਕਾਰਾਂ ਇਸ ਤਰ੍ਹਾਂ ਦੇ ਕਾਰਜਸ਼ੀਲ ਕੰਮ ਕਰ ਰਹੀਆਂ ਨੇ। ਔਰ ਉਹਦਾ ਹੱਲ ਇਹ ਨਿਕਲਿਆ ਕਿ ਡੱਲੇਵਾਲ ਸਾਹਿਬ ਬਾਹਰ ਹੋ ਗਏ, ਤੁਹਾਡੇ ਸ਼ਿਵ ਕੁਮਾਰ ਕੱਕਾ ਜੀ ਨੂੰ ਵੀ ਬਾਹਰ ਦਾ ਰਾਹ ਦਿਖਾ ਦਿੱਤਾ ਗਿਆ। ਸ਼ਿਵ ਕੁਮਾਰ ਕੱਕਾ ਜੀ, ਹੁਣ ਇਹਨਾਂ ਬਾਰੇ ਸੁਣ ਲਓ, ਇਹ ਖੁਦ ਸੰਘ ਦੇ ਬੰਦੇ, ਇਹ ਸੰਘ ਦਾ ਜੋ ਇੱਕ ਕਿਸਾਨੀ ਮੋਰਚਾ ਹੈਗਾ, ਕਿਸਾਨੀ ਜਥੇਬੰਦੀ ਹੈਗੀ ਆ ਜਾਂ ਸੈੱਲ ਹੈਗਾ ਕਿਸਾਨ ਦਾ, ਉਹਦੇ ਨਾਲ ਜੁੜੇ ਹੋਏ ਨੇ, ਉਹਦੇ ਪ੍ਰਮੁੱਖ ਨੇਤਾ, ਔਰ ਅੱਜ ਕੱਲ ਵੀ ਉਹਦੇ ਨਾਲ ਕਾਰਜਸ਼ੀਲ ਕਿਤੇ ਨਾ ਕਿਤੇ ਹੈਗੇ ਨੇ, ਆਪਾਂ ਉਹ ਤੋਂ ਮਨਫੀ ਨਹੀਂ ਹੋ ਸਕਦੇ। ਹੁਣ ਕਿਸਾਨ ਮੋਰਚੇ ਵਾਲਿਆਂ ਨੂੰ ਇਹ ਵੀ ਲੱਗਣ ਲੱਗ ਗਿਆ ਕਿ ਜੇ ਸੰਯੁਕਤ ਕਿਸਾਨ ਮੋਰਚੇ ਦੇ ਨਾਲ ਸੰਘ ਦੇ ਨੇਤਾ ਇਸ ਤਰੀਕੇ ਨਾਲ ਕਾਰਜਸ਼ੀਲ ਨੇ, ਔਰ ਸਾਡੇ ਨਾਲ ਜਿਸ ਪੱਧਰ ਦੇ ਉੱਪਰ ਧੋਖਾ ਹੋਇਆ, ਉੱਥੇ ਸੰਘ ਵੀ, ਕਿਉਂਕਿ ਨਿਤਿਨ ਗਡਕਰੀ ਦੇ ਬਾਹਰ ਕੱਢਣ ਤੋਂ ਬਾਅਦ ਸ਼ਾਇਦ ਸੰਯੁਕਤ ਕਿਸਾਨ ਮੋਰਚੇ ਨੂੰ ਵੀ ਲੱਗਣ ਲੱਗ ਗਿਆ ਕਿ ਹੁਣ ਸੰਘ ਦੇ ਨਾਲ ਵੀ ਕੋਈ ਪਿਆਰ ਪਾ ਕੇ ਰੱਖਣਾ ਫਾਇਦੇ ਦਾ ਸੌਦਾ ਨਹੀਂ ਹੋਣਾ, ਤੇ ਉਹਨਾਂ ਨੇ ਕੱਕਾ ਜੀ ਨੂੰ ਵੀ ਬਾਹਰ ਦਾ ਰਸਤਾ ਦਿਖਾਉਣਾ ਠੀਕ ਸਮਝਿਆ। ਔਰ ਜਿਹੜੀ ਗੱਲ ਤੁਸੀਂ ਯੋਗਿੰਦਰ ਯਾਦਵ ਦੇ ਅਸਤੀਫੇ ਦੀ ਗੱਲ ਕਹਿ ਰਹੇ ਹੋ, ਯੋਗਿੰਦਰ ਯਾਦਵ ਤਾਂ ਮਤਲਬ ਇੱਕ ਮੌਸਮੀ ਬੱਦਲ ਹੈਗਾ ਜਿਹਨੇ ਸੌਣ ਵਿੱਚ ਵਰ ਜਾਣਾ ਹੁੰਦਾ, ਉਹ ਫਿਰ ਭਾਦੋਂ ਵਿੱਚ ਨਹੀਂ ਦਿਖਦਾ ਹੁੰਦਾ, ਉਹ ਵਰ ਗਿਆ ਜਿੰਨਾ ਵਰਨਾ ਸੀ। ਹੁਣ ਉਹਨੇ ਅਗਲਾ ਪੈਂਤਰਾ ਆਪਣਾ ਅਪਣਾ ਲਿਆ। ਉਹ ਅੱਜ ਕੱਲ ਰਾਹੁਲ ਗਾਂਧੀ ਦੀਆਂ ਮਹਿਫਲਾਂ ਵਿੱਚ ਦੇਖੇ ਜਾਂਦੇ ਨੇ, ਕਾਂਗਰਸ ਦੀਆਂ ਮੀਟਿੰਗਾਂ ਦੇ ਵਿੱਚ ਦੇਖੇ ਜਾਂਦੇ ਨੇ, ਤੇ ਕੋਈ ਵੱਡੀ ਗੱਲ ਨਹੀਂ। ਜਿਸ ਤਰੀਕੇ ਨਾਲ ਆਪਣਾ OBC ਦਾ ਨੇਤਾ, ਚਾਹੇ ਉਹ ਗੁਜਰਾਤ ਦਾ ਸੀ ਚਾਹੇ ਉਹ ਬਿਹਾਰ UP ਦਾ ਸੀ, ਜਿਵੇਂ ਕਾਂਗਰਸ ਨੇ ਰੋਪਨ ਕੀਤੇ ਸੀ, ਤੇ ਮੁੜ ਕੇ ਅੱਜ ਪੋਲੀਟੀਕਲ ਕੈਰੀਅਰ ਤਾਂ ਉਹਨਾਂ ਦੇ ਵਿਚਾਰਿਆਂ ਦੇ ਨਹੀਂ ਰਹੇ, ਪਰ ਕਾਂਗਰਸ ਦੇ ਵਿੱਚ ਜਾਣ ਦੀ ਇੱਛਾ ਬਹੁਤ ਲੋਕਾਂ ਨੂੰ ਹੁੰਦੀ ਆ, ਕਿ ਉਹਨੂੰ ਲੱਗਦਾ ਵੀ ਸ਼ਾਇਦ ਕਾਂਗਰਸ ਅੱਜ ਵੀ ਭਾਰਤ ਦੀ ਸਿਰਮੌਰ ਪਾਰਟੀ ਹੈ, ਪਰ ਉਹ ਭੁਲੇਖਾ। ਪਰ ਇਹ ਮੈਂ ਅੰਦੇਸ਼ਾ ਜ਼ਾਹਰ ਕਰਦੇ ਆ ਕਿ ਕਾਂਗਰਸ ਵਿੱਚ ਬਹੁਤ ਛੇਤੀ ਹੀ ਉਹਨਾਂ ਦੇ ਜਾਣ ਦੀ ਸਾਨੂੰ ਖਬਰ ਮਿਲ ਜਾਵੇਗੀ। ਯੋਗਿੰਦਰ ਯਾਦਵ ਐਕਟਿਵ ਪੋਲਿਟਿਕਸ ਦੇ ਵਿੱਚ ਦੁਬਾਰਾ ਜਾ ਰਹੇ ਨੇ, ਕਿਉਂਕਿ ਉਹਨਾਂ ਦਾ ਜਿਹੜਾ ਕੰਮ ਆ ਨਾ, ਜ਼ਿਆਦਾ ਜਿਹੜੀਆਂ ਸਟ੍ਰੈਟਜੀਜ਼ ਬਣਾਉਣੀਆਂ ਨੇ, ਉਹ ਚੋਣਾਂ ਨੂੰ ਲੈ ਕੇ, ਚੋਣਾਂ ਕਿਵੇਂ ਜਿੱਤਣੀਆਂ ਨੇ, ਪਾਰਟੀ ਨੂੰ ਜਥੇਬੰਦ ਕਿਵੇਂ ਕਰਨਾ, ਇਹਦੇ ਉੱਤੇ ਉਹਨਾਂ ਦੇ ਬਹੁਤ ਜ਼ਿਆਦਾ ਪ੍ਰੈਕਟਿਸ ਹੈਗਾ, ਬਹੁਤ ਜ਼ਿਆਦਾ ਮੁਹਾਰਤ ਹੈਗੀ ਆ, ਉਹਦੇ ਵਿੱਚ ਉਹ ਜਾ ਰਹੇ ਨੇ, ਉਧਰ ਦੇਖੇ ਜਾਣਗੇ। ਔਰ ਸੰਯੁਕਤ ਕਿਸਾਨ ਮੋਰਚਾ ਆਪਣੀ ਲੜਾਈ ਜਿਸ ਤਰੀਕੇ ਨਾਲ ਪਿਛਲੇ ਦਿਨਾਂ ਵਿੱਚ, ਸੌਰੀ ਅੱਜ ਆਪਣੀ ਮੀਟਿੰਗ ਹੋਈ ਹੈਗੀ ਆ ਗੁਰਦੁਆਰਾ ਸਾਹਿਬ ਸ੍ਰੀ ਰਕਾਬਗੰਜ ਸਾਹਿਬ ਦਿੱਲੀ ਵਿਖੇ, ਉੱਥੇ ਆਪਣੇ ਸਭ ਤੋਂ ਵੱਡੇ ਸਿਰਮੌਰ ਸਾਡੇ ਕਿਸਾਨ ਵੀ ਲੀਡਰ ਵੀ ਇਕੱਠੇ ਹੋਏ ਨੇ, ਉੱਥੇ ਇਹ ਫੈਸਲੇ ਹੋਏ ਨੇ। ਸੋ ਉਹਨਾਂ ਨੂੰ ਲੱਗ ਰਿਹਾ ਕਿ ਜਿਸ ਤਰੀਕੇ ਨਾਲ ਸਰਕਾਰ ਨੇ ਬਿਜਲੀ ਵਾਲਾ ਬਿੱਲ ਲਿਆਂਦਾ ਹੈਗਾ, MSP ਵਾਲੀ ਕਮੇਟੀ ਬਣਾਈ ਹੈਗੀ ਆ, ਉਹ ਨਾ ਐ ਲੱਗ ਰਹੀ ਹੈ ਜਿਵੇਂ ਠੱਗ ਜੇ ਗਏ ਹੁੰਦੇ ਨੇ। ਉਹਨਾਂ ਨੂੰ ਉਦੋਂ ਨਹੀਂ ਸੀ ਲੱਗਿਆ ਜਦੋਂ ਗੁਰੂ ਨਾਨਕ ਸਾਹਿਬ ਦੇ ਪੁਰਬ ਦੇ ਉੱਤੇ ਮੋਦੀ ਸਾਹਿਬ ਨੇ ਐਲਾਨ ਕੀਤਾ ਸੀ, ਉਹਨਾਂ ਨੂੰ ਵੀ ਬਹੁਤ ਸਮਾਂ ਲੱਗਿਆ, ਠੋਕਰਾਂ ਖਾ ਕੇ ਜਾਗ ਆਈ ਆ, ਜਾਂ ਜਿਵੇਂ ਪੰਜਾਬੀ ਚ ਕਹਿ ਰਿਹਾ ਕਿ ਮੱਛੀ ਪੱਥਰ ਚੱਟ ਕੇ ਮੁੜੀ ਆ। ਤੇ ਕਿਸਾਨਾਂ ਨੂੰ ਵੀ ਹੁਣ ਸਮਝ ਆ ਗਈ ਆ ਕਿ ਫਰੇਬੀ ਜੋ ਉਹਨਾਂ ਦੇ ਨਾਲ ਫਰੇਬ ਹੋਇਆ ਸੀ, ਉਹ ਵੱਡੇ ਪੱਧਰ ਦਾ ਹੋਇਆ ਸੀ, ਤੇ ਉਹਨਾਂ ਨੂੰ ਲੜਾਈ ਆਪਣੀ ਦੁਬਾਰਾ ਆਰੰਭਣੀ ਪੈਣੀ ਆ। ਪਰ ਦੁਬਾਰਾ ਲੜਾਈ ਆਰੰਭਣ ਲਈ ਜਿੰਨਾ ਕੁ ਪਹਿਲਾਂ ਵਿਦੇਸ਼ਾਂ ਤੋਂ ਫੰਡ ਆਇਆ ਸੀ, ਉਹ ਕਿਸ ਪੱਧਰ ਤੇ ਆਏਗਾ, ਨੰਬਰ 1। ਨੰਬਰ 2, ਉਹ ਲੜਾਈ ਹੁਣ ਕਿਸ ਪੱਧਰ ਤੋਂ ਸ਼ੁਰੂ ਕੀਤੀ ਜਾਵੇਗੀ। ਅੱਗੇ ਤਾਂ ਸੀ ਨਾ ਲੜਾਈ ਜਥੇਬੰਦ ਹੋਈ ਸੀ ਪੰਜਾਬ ਦੇ ਵਿੱਚ, ਫਿਰ ਮੂਵਮੈਂਟ ਹੋਈ ਸੀ ਦਿੱਲੀ ਵੱਲ, ਹਰਿਆਣੇ ਵਿੱਚ ਉਹਦੇ ਲੰਘਦੇ ਹੋਏ। ਹੁਣ ਉਹ ਹਾਲਾਤ ਕਿਵੇਂ ਬਣ ਗਏ, ਕਿਉਂਕਿ ਪਾਟੋ ਧਾੜ ਬਹੁਤ ਹੋ ਗਈ ਹੈ, ਲੋਕਾਂ ਦਾ ਵੀ ਸੰਯੁਕਤ ਕਿਸਾਨ ਮੋਰਚੇ ਉੱਪਰ ਬੜਾ ਵਿਸ਼ਵਾਸ ਨਹੀਂ ਰਿਹਾ। ਉਹਨਾਂ ਨੂੰ ਵੀ ਲੱਗਦਾ ਕਿ ਇਹ ਸਿਰਫ ਆਪਣੇ ਮਸੌਦਿਆਂ ਲਈ, ਸਿਰਫ ਆਪਣੇ ਮਸੌਦਿਆਂ ਲਈ ਖੜੇ ਹੋਏ ਨੇ, ਜਦੋਂ ਕਿ ਜਿਹੜਾ ਸੰਯੁਕਤ ਕਿਸਾਨ ਮੋਰਚਾ ਸੀ ਉਹ ਇੱਕ ਪੰਜਾਬ ਦਾ ਸੱਭਿਆਚਾਰਕ ਮੋਰਚਾ ਬਣ ਕੇ ਉੱਭਰਿਆ ਸੀ, ਤੇ ਪੰਜਾਬ ਦੀਆਂ ਜਿਹੜੀਆਂ ਬਾਕੀਆਂ ਮੁਸ਼ਕਲਾਤ ਸੀ ਜਾਂ ਹੋਰ ਫਿਰਕਿਆਂ ਦੀਆਂ ਮੁਸ਼ਕਲਾਂ ਸੀ, ਉਹਨਾਂ ਨੂੰ ਦਰਕਿਨਾਰ ਕਰ ਦਿੱਤਾ ਗਿਆ। ਖਾਸ ਕਰਕੇ ਕਿਸਾਨ ਮਜ਼ਦੂਰਾਂ ਨੂੰ ਦੇਖ ਲਓ, ਤੁਸੀਂ ਖੇਤ ਮਜ਼ਦੂਰਾਂ ਦੀ ਗੱਲ ਕਰ ਰਹੇ ਆ, ਉਹਨਾਂ ਨੂੰ ਵੀ ਕਿਤੇ ਨਾ ਕਿਤੇ ਦਰਕਿਨਾਰ ਕਰਦੇ ਹੋਏ ਜਾਂ ਦਰਕਿਨਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਆ, ਇਹ ਵੀ ਲੋਕਾਂ ਨੂੰ ਬਹੁਤ ਮਹਿਸੂਸ ਹੋਇਆ। ਔਰ ਜਿਹੜੀਆਂ ਚੀਜ਼ਾਂ ਕਿਸਾਨ ਮੋਰਚੇ ਤੋਂ ਬਾਅਦ ਸਿੱਖ ਜਥੇਬੰਦੀਆਂ ਦੀ ਔਰ ਕਾਮਰੇਡ ਜਥੇਬੰਦੀਆਂ ਦੀ ਆਪਸ ਵਿੱਚ ਸ਼ਬਦਾਵਲੀ, ਗੰਦੀ ਸ਼ਬਦਾਵਲੀ ਦੀ ਜੰਗ ਹੋਈ ਆ ਸੋਸ਼ਲ ਮੀਡੀਆ ਦੇ ਉੱਤੇ, ਉਸ ਤੋਂ ਬਾਅਦ ਇਹ ਮੋਰਚਾ ਹੁਣ ਕੀ ਸ਼ੇਪ ਲੈ ਕੇ ਆਵੇਗਾ, ਇਹ ਵਾਕਈ ਬਹੁਤ ਨੇੜੇ ਤੋਂ ਦੇਖਣ ਵਾਲੀ ਗੱਲ ਹੋਏਗੀ। ਔਰ ਜਿਹੜੇ ਚੈਨਲ
ਕਿਸਾਨ ਮੋਰਚੇ ਵਿੱਚ ਪੈਦਾ ਹੋਏ ਸੀ ਤੇ ਜਿਨ੍ਹਾਂ ਨੇ ਰੋਟੀਆਂ ਸੇਕੀਆਂ ਵੋਟਾਂ ਦੇ ਵਿੱਚ ਵਧੀਆ ਨੋਟ ਕਮਾਏ, ਉਹ ਚੈਨਲਾਂ ਦੀ ਰੂਪਰੇਖਾ ਕੀ ਹੋਏਗੀ, ਨਵੇਂ ਚੈਨਲ ਕਿਹੜੇ ਜਨਮ ਲੈਂਦੇ ਨੇ, ਇਹ ਕਾਫੀ ਚੀਜ਼ਾਂ ਨੇ ਸੁਖਵਿੰਦਰ ਜੋ ਦੇਖਣੀਆਂ ਪੈਣਗੀਆਂ। ਔਰ ਟਕੈਤ ਸਾਹਿਬ ਨੂੰ ਲੋਕ ਕਿਸ ਤਰੀਕੇ ਨਾਲ ਆਪਣਾ ਲੀਡਰ ਮੰਨਦੇ ਨੇ, ਹਮਸਾਇਆ ਮੰਨਦੇ ਨੇ ਸੰਯੁਕਤ ਕਿਸਾਨ ਮੋਰਚੇ ਵਾਲੇ, ਔਰ ਉਹਨਾਂ ਵੱਲੋਂ ਦਿੱਤੇ ਹੋਏ ਪ੍ਰੋਗਰਾਮ ਨੂੰ ਕਿਸ ਪੱਧਰ ਤੇ ਲਿਆ ਜਾਂਦਾ, ਇਹ ਵਾਕਿਆ ਹੀ ਆਪਣੇ ਆਪ ਦੇ ਵਿੱਚ ਬਹੁਤ ਚੁਣੌਤੀ ਭਰਿਆ ਰਹਿਣ ਵਾਲਾ ਕਾਰਜ ਹੋਵੇਗਾ। ਸੁਖਵਿੰਦਰ ਬਿਲਕੁਲ ਸਮਝ ਸਾਹਿਬ, ਸਵਾਲ ਹੁਣ ਇਹ ਵੀ ਹੈ ਨਾ, ਪਿੱਛੇ ਜੇ ਡੱਲੇਵਾਲ ਸਾਹਿਬ ਦੀਆਂ ਮੁੱਖ ਮੰਤਰੀ ਭਗਵੰਤ ਮਾਨ ਨਾਲ ਤਸਵੀਰਾਂ ਸਾਹਮਣੇ ਆਉਣੀਆਂ, ਜੱਫੀਆਂ ਪਾ ਕੇ ਮਿਲਣਾ, ਸਰਕਾਰ ਦੇ ਨਾਲ ਮੀਟਿੰਗਾਂ ਕਰਨੀਆਂ, ਰਾਜੇਵਾਲ ਸਾਹਿਬ ਦਾ ਜਿਹੜਾ ਉਹ ਸਿਆਸੀ ਤੌਰ ਦੇ ਉੱਤੇ ਜਦੋਂ ਉਹਨਾਂ ਨੇ ਆਪਣਾ ਪੈਂਤਰਾ ਲਿਆ ਸੀ ਤਾਂ ਡੱਲੇਵਾਲ ਸਾਹਿਬ ਬੜਾ ਵੱਡੇ ਪੱਧਰ ਦੇ ਉੱਤੇ ਵਿਰੋਧ ਜਤਾਉਂਦੇ ਸੀਗੇ। ਕਿਸੇ ਨਾ ਕਿਸੇ ਮੀਟਿੰਗ ਦੇ ਵਿੱਚ ਜਦੋਂ ਵੀ ਕੋਈ ਚਰਚਾ ਹੁੰਦੀ, ਸਵਾਲ ਹੁੰਦਾ ਸੀ ਤਾਂ ਰਾਜੇਵਾਲ ਸਾਹਿਬ ਦੇ ਉੱਤੇ ਤੰਜ ਕੱਸਿਆ ਜਾਂਦਾ ਸੀ। ਪਰ ਅੱਜ ਜਦੋਂ ਡੱਲੇਵਾਲ ਸਾਹਿਬ ਵੱਖ ਹੁੰਦੇ ਨੇ ਜਾਂ ਉਹਨਾਂ ਦੀਆਂ ਆਮ ਆਦਮੀ ਪਾਰਟੀ ਸਰਕਾਰ ਨਾਲ ਨਜ਼ਦੀਕੀਆਂ ਨੇ, ਉਹ ਵੀ ਕਿਤੇ ਨਾ ਕਿਤੇ ਸਵਾਲ ਖੜੇ ਕਰਦੀਆਂ ਨੇ ਕਿ ਹੁਣ ਅੱਗੋਂ ਕਿਹੜੀ ਰਣਨੀਤੀ। ਪੰਜਾਬ ਸਰਕਾਰ ਨੇ ਹਾਲਾਂਕਿ ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਹੁਣ ਵੀ ਕਿਸਾਨਾਂ ਨੂੰ ਮਿਲੇ ਨੇ, ਗੰਨਾ ਕਿਸਾਨਾਂ ਨੂੰ ਭਰੋਸਾ ਦਿੱਤਾ ਹੈ ਕਿ ਤੁਹਾਡਾ ਜਿਹੜਾ ਬਕਾਇਆ ਆ ਥੋੜੇ ਕੁ ਦਿਨਾਂ ਦੇ ਵਿੱਚ, ਕੱਲ ਤੋਂ ਸ਼ਾਇਦ ਉਹ ਕਹਿੰਦੇ ਨੇ ਕਿ ਜਾਰੀ ਹੋ ਜਾਏਗਾ, ਤੇ ਹੋਰ ਵੀ ਬੜੇ ਭਰੋਸੇ ਦਿੱਤੇ ਜਾ ਰਹੇ ਨੇ। ਕਹਿੰਦੇ ਕੋਈ ਵੀ ਧਰਨਾ ਲਾਉਣ ਤੋਂ ਪਹਿਲਾਂ ਸਿਰ ਜੋੜ ਕੇ ਸਾਡੇ ਨਾਲ ਗੱਲਬਾਤ ਕਰੇ, ਉਸ ਤੋਂ ਬਾਅਦ ਜਿਹੜਾ ਆਪਣਾ ਫੈਸਲਾ ਲਵੇ। ਅਸੀਂ ਹਰ ਮਸਲੇ ਦਾ ਹੱਲ ਕੱਢਣ ਲਈ ਤਿਆਰ ਆ। ਤੇ ਇਹਨੂੰ ਸਾਰੇ ਨੂੰ ਕਿਸ ਤਰ੍ਹਾਂ ਦੇਖਿਆ ਜਾਵੇ? ਇੱਕ ਬੰਦਾ ਨਾ ਨਾਈ ਦੀ ਦੁਕਾਨ ਤੇ ਬੈਠਾ ਸੀ, ਵਾਲ ਕਟਾਉਣ ਗਿਆ, ਨਾਈ ਨੂੰ ਕਹਿੰਦਾ ਵੀ ਆਪਣਾ ਬਾਈ ਜੀ ਵੀ ਕਿੱਡੇ ਕਿੱਡੇ ਕੁ ਵਾਲ ਨੇ ਮੇਰੇ, ਕਹਿੰਦਾ ਜਮਾਨਾ ਟੈਨਸ਼ਨ ਕਿਉਂ ਲਈ ਆ, ਮੂਹਰੇ ਡਿੱਗਣਗੇ, ਕੱਟ ਕੱਟ ਕੇ ਦੇਖਦਾ ਰਹੀ ਕਿੱਡੇ ਕੁ ਵਾਲ ਨੇ ਤੇਰੇ। ਤੋ ਜਿਹੜੀ ਗੱਲ ਤੁਸੀਂ ਧਾਲੀਵਾਲ ਸਾਹਿਬ ਦੀ ਕਹੀ ਆ ਨਾ ਕਿ ਜਿਹੜੇ ਉਹ ਕਹਿ ਰਹੇ ਨੇ ਕਿ ਅਸੀਂ ਮੁਆਵਜ਼ੇ ਜਿਹੜੇ ਹੈਗੇ ਆ ਕੱਲ ਤੋਂ ਹੀ ਦੇ ਦੇਵਾਂਗੇ, ਤੇ ਕੱਲ ਤੋਂ ਦੇ ਦੇਵਾਂਗੇ, ਤੇ ਹਲੇ ਮਤਲਬ ਕੱਲ ਆਜ ਕੱਲ, ਕੱਲ ਅੱਜ ਕੱਲ, ਅੱਜ ਤੋਂ ਪਿਛਲੇ ਕੱਲ ਵਿੱਚ ਸਰਕਾਰ ਫੈਸਲਾ ਲੈ ਕੇ ਹਟੀ ਆ ਕਿ ਖਜ਼ਾਨੇ ਨੂੰ ਜਿੰਦੇ ਲਾ ਦਿਓ, ਤੇ ਅੱਜ ਤੋਂ ਆਉਣ ਵਾਲੇ ਕੱਲ ਦੇ ਵਿੱਚ ਕਹਿ ਰਹੀ ਆ ਕਿ ਅਸੀਂ ਮੁਆਵਜ਼ੇ ਦੇ ਦੇਵਾਂਗੇ। ਜਾਂ ਤਾਂ ਕੱਲ ਲਿਆ ਗਿਆ ਫੈਸਲਾ ਗਲਤ ਆ, ਜਾਂ ਆਉਣ ਵਾਲੇ ਕੱਲ ਦਾ ਦੱਸਿਆ ਜਾ ਰਿਹਾ ਫੈਸਲਾ ਝੂਠਾ ਹੈਗਾ। ਇੱਕ ਤਾਂ ਗੱਲ ਹੈਗੀ ਆ ਕਿ ਸਰਕਾਰ ਦੇ ਪੈਰ ਨਹੀਂ ਹੈਗੇ। ਇੱਥੇ ਦਰੁਸਤ ਕਰੀਏ, ਮੁਆਵਜ਼ੇ ਨਹੀਂ ਬਕਾਏ ਦੀ ਗੱਲ ਕੀਤੀ ਹੈ ਉਹਨਾਂ ਨੇ ਗੰਨਾ ਚਲੋ ਕਿਸਾਨਾਂ ਨੇ। ਬਕਾਏ ਦੀ ਗੱਲ, ਹਾਂ ਠੀਕ ਹੈ ਗੱਲ, ਬਕਾਏ ਦੀ ਗੱਲ ਕਰ ਰਹੇ ਆਪਾਂ। ਪਰ ਗੱਲ ਤਾਂ ਸਰਕਾਰ ਦੀ ਇੰਟੈਂਸ਼ਨ ਦੀ ਆ ਨਾ ਕਿ ਜਾਂ ਤਾਂ ਉਹਦੇ ਕੱਲ ਪੈਰ ਨਹੀਂ ਹੈਗੇ ਜਾਂ ਆਉਣ ਵਾਲੇ ਕੱਲ ਵਿੱਚ ਪੈਰ ਨਹੀਂ ਹੈਗੇ। ਝੂਠ ਜੋ ਵੀ ਹੋਏਗਾ ਉਹ ਸਾਡੇ ਸਾਹਮਣੇ ਆ ਜਾਵੇਗਾ। ਜੇ ਉਹਨਾਂ ਨੇ ਮੁਆਵਜ਼ੇ ਆਪਣੇ ਬਕਾਏ ਦੇਣੇ ਸੀ ਤਾਂ ਫਿਰ ਕੱਲ ਖਜ਼ਾਨੇ ਉੱਪਰ ਪਹਿਰਾ ਕਿਉਂ ਲਾਇਆ, ਔਰ ਉਹਦੇ ਵਿੱਚ ਕਿਉਂ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਗਈਆਂ ਕਿ ਅਸੀਂ ਜਿਹੜੇ ਬਕਾਏ ਦੇਣੇ ਆ ਉਹਦੇ ਤੇ ਵੀ ਰੋਕ ਲਾਈ ਜਾਂਦੀ ਹੈ। ਗੱਲਾਂ ਤਾਂ ਫਿਰ ਸਰਕਾਰ ਦੀ ਸੰਸੀਰਟੀ ਤੇ ਆਉਂਦੀਆਂ ਨੇ ਨਾ ਵੀ ਤੁਸੀਂ ਚਲਾ ਕਿਵੇਂ ਰਹੇ ਹੋ ਸਰਕਾਰ ਨੂੰ। ਤੁਹਾਡਾ ਕਹਿਣ ਦਾ, ਕਰਨ ਦਾ ਤੇ ਸੋਚਣ ਦਾ ਇੱਕ ਚੀਜ਼ ਦਾ ਇੱਕ ਸੰਦਰਭ ਨਹੀਂ ਹੈਗਾ। ਤੁਸੀਂ ਕਹਿੰਦੇ ਕੁਝ ਹੋਰ ਹੋ, ਸੋਚਦੇ ਕੁਝ ਹੋਰ ਹੋ, ਕਰਦੇ ਕੁਝ ਹੋਰ ਹੋ। ਇਹ ਫਿਰ ਇਸ ਤਰ੍ਹਾਂ ਸਰਕਾਰਾਂ ਤਾਂ ਨਹੀਂ ਚੱਲਦੀਆਂ ਹੁੰਦੀਆਂ ਸੁਖਵਿੰਦਰ ਜੀ। ਜੀ, ਇੱਕ ਹੋਰ ਗੱਲ ਹੈ, ਤੁਸੀਂ ਬਿਜਲੀ ਸੋਧ ਐਕਟ ਦੀ ਗੱਲ ਕਰਦੇ ਸੀ। ਹੁਣ ਪੰਜਾਬ ਦੇ ਕਹਿੰਦੇ ਸਰਕਾਰੀ ਮੁਲਾਜ਼ਮ ਜਿਹੜੇ ਨੇ ਤੇ ਸਰਕਾਰੀ ਦਫ਼ਤਰ ਨੇ, ਉੱਥੇ ਉਹ ਚਿੱਪ ਵਾਲੇ ਮੀਟਰ, ਜਿਹਨੂੰ ਪ੍ਰੀਪੇਡ ਮੀਟਰ ਕਿਹਾ ਜਾਂਦਾ, ਉਹ ਮੀਟਰ ਲੱਗ ਜਾਣਗੇ। ਹੌਲੀ ਹੌਲੀ ਇਹ ਕਿਸਾਨਾਂ ਦੇ ਵੱਲ ਵੀ ਵਧਿਆ ਜਾਏਗਾ। ਇਹਨੂੰ ਦਰੁਸਤ ਮੰਨਿਆ ਜਾਵੇ, ਕਿਉਂਕਿ ਕਿਸਾਨਾਂ ਦੇ ਲਈ ਵੀ ਜਦੋਂ ਉਹਨਾਂ ਨੂੰ ਜਿਹੜੀਆਂ ਸਬਸਿਡੀਆਂ ਦਿੱਤੀਆਂ ਜਾਂਦੀਆਂ ਉਹਦੇ ਤੇ ਵੀ ਸਵਾਲ ਬਹੁਤ ਉੱਠਦੇ ਨੇ ਕਿ ਉਹ ਸਬਸਿਡੀ ਦੇਣ ਦੀ ਥਾਂ ਇਹਨੂੰ ਰੈਸ਼ਨਲਾਈਜ਼ ਕਰੋ, ਜਿਹੜਾ ਗਰੀਬ ਕਿਸਾਨ ਆ ਉਹਦੇ ਤੱਕ ਪਹੁੰਚਾਓ, ਜਿਹੜਾ ਅਮੀਰ ਹੈ, ਜਿਹੜਾ ਦੇ ਸਕਦਾ ਬਿੱਲ, ਉਹਦੇ ਉੱਤੇ ਤੁਸੀਂ ਬਿੱਲ ਜ਼ਰੂਰ ਲਾਓ, ਮੀਟਰ ਲਾਉਣੇ ਵੀ ਚਾਹੀਦੇ ਨੇ। ਸੁਖਵਿੰਦਰ, ਇਹ ਨਾ ਇੱਕ ਬੜੀ ਗੁੱਝੀ ਜੀ ਸ਼ਰਾਰਤ ਵੀ ਆ ਤੇ ਕਹਾਣੀ ਵੀ ਆ। ਪਹਿਲਾਂ ਪੂਰੀ ਗੱਲ ਨੂੰ ਸਮਝ ਲਿਓ। ਇਹ ਕੇਂਦਰ ਸਰਕਾਰ ਦਾ ਫੈਸਲਾ ਸੀ। ਉਹਨਾਂ ਨੇ ਪੰਜਾਬ ਸਰਕਾਰ ਨੂੰ ਇੱਕ ਮਿਥਿਆ ਹੋਇਆ ਸਮਾਂ ਦੇ ਦਿੱਤਾ ਉਹਨਾਂ ਨੇ ਕਿ ਉਹੀ ਆਮ ਆਦਮੀ ਪਾਰਟੀ ਦੇ ਆਉਣ ਤੋਂ ਬਾਅਦ ਹੀ ਆਇਆ ਉਹ ਫੈਸਲਾ ਕੇਂਦਰ ਸਰਕਾਰ ਦਾ ਕਿ ਸਤੰਬਰ ਤੱਕ ਜਾਂ ਇਸ ਸਾਲ ਦੇ ਖਤਮ ਹੋਣ ਤੱਕ ਪੂਰੇ ਪੰਜਾਬ ਦੇ ਵਿੱਚ ਜਾਂ 2/3 ਪੰਜਾਬ ਦੇ ਵਿੱਚ ਤੁਸੀਂ ਪ੍ਰੀਪੇਡ ਮੀਟਰ ਲਾਉਣੇ ਨੇ। ਜਦੋਂ ਸਰਕਾਰ ਨੇ ਫੈਸਲਾ ਚਾਲੂ ਕਰਨਾ ਚਾਹਿਆ ਤਾਂ ਕਿਸਾਨ ਜਥੇਬੰਦੀਆਂ ਨੇ, ਪੇਂਡੂ ਭਾਈਚਾਰਿਆਂ ਨੇ ਇਹਦਾ ਵਿਰੋਧ ਕੀਤਾ। ਹੁਣ ਜੇ ਆਪਾਂ ਕਹਿ ਰਹੇ ਹਾਂ ਕਿ ਇਹਦੇ ਨਾਲ ਸਬਸਿਡੀ ਖਤਮ ਹੋ ਜਾਏਗੀ, ਇਹਦਾ ਕੋਈ ਇਹੋ ਜਿਹਾ ਲੈਣ ਦੇਣ ਨਹੀਂ ਹੈਗਾ ਉਹਦੇ ਨਾਲ। ਇਹ ਇੱਕ ਨਵੀਂ ਟੈਕਨੋਲੋਜੀ ਆ। ਉਹ ਟੈਕਨੋਲੋਜੀ ਕੀ ਆ, ਉਹਦੇ ਵਿੱਚ ਸਿਰਫ ਪ੍ਰੀਪੇਡ ਨਹੀਂ ਹੋਏਗਾ, ਉਹਦੇ ਵਿੱਚ ਪੋਸਟਪੇਡ ਵੀ ਹੈਗਾ। ਜਿਸ ਤਰੀਕੇ ਨਾਲ ਹੁਣ ਬਿੱਲ ਆਉਂਦੇ ਨੇ ਉਵੇਂ ਬਿੱਲ ਆਉਣਗੇ, ਪਰ ਉਹ ਇੱਕ ਨਵੀਂ ਟੈਕਨੋਲੋਜੀ ਦਾ ਮੀਟਰ ਹੋਏਗਾ। ਉਹ ਸਰਕਾਰ ਇੱਕ ਵੱਡੇ ਸਰਵਰ ਲਾ ਰਹੀ ਆ। ਉਹ ਕੀ ਆ ਵੀ ਜਿਹੜੇ ਲਾਈਨਮੈਨ ਨੇ
ਜਾਂ ਮੀਟਰ ਰੀਡਰ ਨੇ, ਇਹਨਾਂ ਨੇ ਬਹੁਤ ਸਮਾਂ ਪਹਿਲਾਂ ਉਹ ਕੰਮ ਆਊਟਸੋਰਸ ਕਰ ਦਿੱਤੇ ਸੀ, ਬਾਹਰੀ ਕੰਪਨੀਆਂ ਨੂੰ ਦੇ ਦਿੱਤੇ ਸੀ ਠੇਕੇ ਉੱਤੇ। ਉਹਨਾਂ ਨੇ ਫਿਰ ਆਪਣੇ ਬੰਦੇ ਰੱਖੇ ਹੋਏ ਸੀ, ਉਹਨਾਂ ਤੋਂ ਮੀਟਰ ਰੀਡਿੰਗ ਕਰਵਾਈ ਜਾਂਦੀ ਸੀ। ਉਹ ਬੰਦੇ ਵੀ ਧਾਂਦਲੀਆਂ ਕਰਨ ਲੱਗ ਗਏ ਸੀ ਵੀ ਮੀਟਰ ਰੀਡਿੰਗ ਕਿਸੇ ਬੰਦੇ ਤੋਂ 200 ਰੁਪਏ ਲੈ ਲਿਆ, ਉਹਨੂੰ ਬਿੱਲ ਛੋਟਾ ਕੱਢ ਕੇ ਦੇ ਦਿੱਤਾ, ਐਂ ਚੱਲੀ ਜਾ ਰਿਹਾ ਸੀ ਕੰਮ। ਬਾਅਦ ਵਿੱਚੋਂ ਜਦੋਂ ਆਡਿਟ ਹੁੰਦੀ ਆ ਤਾਂ ਪਤਾ ਲੱਗਦਾ ਕਿ ਰੀਡਿੰਗ ਤਾਂ ਬਹੁਤ ਜ਼ਿਆਦਾ ਆ ਗਈ ਆ, ਪਰ ਕਲੈਕਸ਼ਨ ਉਸ ਪੱਧਰ ਦੀ ਹੋਈ ਨਹੀਂ। ਜਾਂ ਜਿਹੜੀਆਂ ਕੁੰਡੀਆਂ ਲੱਗਦੀਆਂ ਨੇ, ਹੁਣ ਤੁਸੀਂ ਦੇਖੋਗੇ ਕਿ ਜਿੱਥੇ ਟਰਾਂਸਫਾਰਮਰ ਲੱਗੇ ਹੋਏ ਨੇ ਉੱਥੇ ਵੱਡੇ ਵੱਡੇ ਮੀਟਰ ਲੱਗੇ ਹੋਏ ਨੇ, ਮਹੱਲਿਆਂ ਦੇ ਬਾਹਰ ਮੀਟਰ ਲੱਗੇ ਹੋਏ ਨੇ। ਉਹਦਾ ਘਰਾਂ ਚੋਂ ਮੀਟਰ ਕੱਢਣ ਦਾ ਮਾਫੀ ਚਾਹੁੰਦਾ ਮੈਂ, ਘਰਾਂ ਵਿੱਚੋਂ ਮੀਟਰ ਬਾਹਰ ਕੱਢਣ ਦਾ ਕੰਮ ਹੀ ਇਹ ਸੀ ਕਿ ਜਿਹੜੀ ਘਰਾਂ ਵਿੱਚ ਲੀਕੇਜ ਹੋ ਰਹੀ ਆ, ਕੁੰਡੀਆਂ ਲੱਗਦੀਆਂ ਨੇ, ਉਹਨੂੰ ਕਿਵੇਂ ਰੋਕਿਆ ਜਾਵੇ। ਹੁਣ ਉਹ ਸਰਕਾਰ ਉਸ ਤੋਂ ਅੱਗੇ ਜਿਹੜੀ ਟੈਕਨੋਲੋਜੀ ਆ ਗਈ ਆ ਕਿ ਮੋਬਾਈਲ ਸਾਡੀ ਜ਼ਿੰਦਗੀ ਦਾ ਹਿੱਸਾ ਬਣ ਗਿਆ, ਔਰ ਸਰਵਰ ਬਣ ਜਾਣਗੇ। ਜਿਵੇਂ ਆਪਣੇ ਮੋਬਾਈਲ ਵਾਲਿਆਂ ਦੇ ਨਾਲ ਆਪਾਂ ਕੰਮ ਕਰਦੇ ਆ ਕਿ ਸਾਡੇ ਮੋਡਮ ਰੱਖੇ ਹੋਏ ਨੇ, ਮੋਡਮ ਖਰਾਬ ਹੁੰਦਾ ਅਸੀਂ ਕੰਪਲੇਂਟ ਕਰਾਉਨੇ ਆ, ਉਹਨਾਂ ਦਾ ਲੁਧਿਆਣੇ ਵਿੱਚ ਕੰਪਨੀ ਦਾ ਬੰਦਾ ਬੈਠਾ ਹੈਗਾ ਜਾਂ ਚੰਡੀਗੜ੍ਹ ਵਿੱਚ, ਉੱਥੋਂ ਹੀ ਉਹ ਆਪਣਾ ਬੰਦੇ ਨੂੰ ਭੇਜਦੇ ਨੇ। ਇੱਥੇ 3-4 ਟੀਮਾਂ ਹੈਗੀਆਂ ਨੇ, ਪੂਰਾ ਪਟਿਆਲਾ ਸ਼ਹਿਰ ਜਾਂ 10 ਟੀਮਾਂ ਲੁਧਿਆਣੇ ਵਿੱਚ ਹੋਣਗੀਆਂ, ਇੰਨੇ ਕੰਮ ਕਰ ਰਹੇ ਨੇ। ਕਿੱਥੇ ਜੇ ਉਹਨੂੰ ਕੋਈ ਆਊਟਸੋਰਸ ਕੀਤਾ ਸੀ ਠੇਕੇਦਾਰ ਨੇ, ਅੱਗੇ ਲੁਧਿਆਣੇ ਲਈ 2-4 ਹਜ਼ਾਰ ਬੰਦਾ ਰੱਖਣਾ ਸੀ, ਪਟਿਆਲੇ ਲਈ 1000-2000 ਬੰਦੇ ਰੱਖਣੇ ਸੀ, ਉਹ ਬੰਦਿਆਂ ਦਾ ਕੰਮ ਸੀਮਿਤ ਹੋ ਜਾਵੇਗਾ। ਉਹ ਕੰਮ ਖਤਮ ਹੋ ਕੇ ਸਾਰਾ ਤਕਨੀਕ ਤੇ ਆ ਜਾਵੇਗਾ। ਇਹਦੇ ਨਾਲ ਬੇਰੁਜ਼ਗਾਰੀ ਵਧੇਗੀ। ਸਭ ਤੋਂ ਵੱਡੀ ਗੱਲ ਜਿਹੜੀ ਹੈਗੀ ਆ ਇਹਦੇ ਵਿੱਚੋਂ ਨਿਕਲੇਗੀ, ਉਹ ਬੇਰੁਜ਼ਗਾਰੀ ਵਧੇਗੀ। ਜਿਹੜੇ 7-7 ਹਜ਼ਾਰ ਤੋਂ ਲੈ ਕੇ 10-10 ਹਜ਼ਾਰ ਤੱਕ ਮੀਟਰ ਚੈੱਕ ਕਰਨ, ਬਿੱਲ ਕਲੈਕਟ ਕਰਨ, ਬਿੱਲ ਦੇਣ ਦਾ ਕੰਮ ਕਰ ਰਹੇ ਸੀਗੇ ਜਾਂ ਠੀਕ ਕਰਨ ਦਾ ਕੰਮ ਕਰ ਰਹੇ ਸੀਗੇ, ਉਹ ਬਹੁਤ ਸੀਮਿਤ ਰਹਿ ਜਾਣਗੇ। 100 ਵਿੱਚੋਂ 99 ਬੰਦੇ ਕੱਢ ਦਿੱਤੇ ਜਾਣਗੇ, ਇੱਕ ਬੰਦਾ ਰਹਿ ਜਾਏਗਾ। ਮੰਨ ਲਓ ਕਹਾਣੀ ਅਸਲ ਵਿੱਚ ਆ ਹੈਗੀ ਆ। ਪਰ ਜਿਹੜੀ ਗੱਲ ਰਹੀ ਸਬਸਿਡੀ ਦੀ, ਸਰਕਾਰਾਂ ਨੇ ਸਬਸਿਡੀ ਦੇਣੀ ਹੁੰਦੀ ਆ ਬਿਜਲੀ ਬੋਰਡ ਨੂੰ, ਕਿ ਉਹ ਜਿਹੜੀ ਹੁਣ ਬਾਅਦ ਵਿੱਚੋਂ ਦਿੰਦੀ ਆ, ਉਹ ਸਰਕਾਰ ਨੂੰ ਸਬਸਿਡੀ ਆਪਦੇ ਕੋਲੋਂ ਪਹਿਲਾਂ ਦੇਣੀ ਪਵੇਗੀ। ਬਿਲਕੁਲ ਉਸੇ ਤਰੀਕੇ ਨਾਲ ਜਿਵੇਂ ਤਨਖਾਹ ਮੁਲਾਜ਼ਮਾਂ ਨੂੰ ਮਹੀਨਾ ਖਤਮ ਹੋਣ ਤੇ ਦੇਣੀਆਂ ਪੈਂਦੀਆਂ ਨੇ, ਉਵੇਂ ਹੀ ਇਹਨਾਂ ਨੂੰ ਮਹੀਨਾ ਸ਼ੁਰੂ ਹੋਣ ਤੋਂ ਪਹਿਲਾਂ ਜਾਂ ਮਹੀਨਾ ਖਤਮ ਹੋਣ ਤੇ ਬਿਜਲੀ ਬੋਰਡ ਦੇ ਬਿੱਲ ਤਾਰਨੇ ਪੈਣਗੇ। ਨਹੀਂ ਜਿਹੜੇ ਫ੍ਰੀ ਦੇ ਵਿੱਚ ਬਿਜਲੀ ਦਾ ਆਨੰਦ ਮਾਣ ਰਹੇ ਨੇ, ਉਹਨਾਂ ਨੂੰ ਉਹ ਚੀਜ਼ਾਂ ਤੋਂ, ਸੁਵਿਧਾਵਾਂ ਤੋਂ ਦੂਰ ਕੀਤਾ ਜਾਵੇਗਾ। ਇਹਦੇ ਨਾਲ ਇੱਕ ਚੰਗਾ ਕੰਮ ਇਹ ਹੋਵੇਗਾ ਕਿ ਜਿਹੜੇ ਵਾਕਿਆ ਹੀ ਗਰੀਬ ਨੇ, ਉਹਨਾਂ ਦੇ ਕੋਲੇ ਮੁਫਤ ਬਿਜਲੀ ਜਾਵੇਗੀ। ਜਿਹੜੇ ਬੰਦੇ ਬਿਜਲੀ ਦਾ ਬਿੱਲ ਭਰ ਸਕਦੇ ਨੇ, ਭੁਗਤਾਨ ਕਰ ਸਕਦੇ ਨੇ, ਉਹ ਸਾਹਮਣੇ ਆ ਜਾਣਗੇ। ਉਹਨਾਂ ਨੇ ਚਾਹੇ ਪੀਲੇ ਕਾਰਡ ਬਣਾਏ ਨੇ, ਚਾਹੇ ਨੀਲੇ ਕਾਰਡ ਬਣਾਏ ਨੇ, ਉਹ ਜਿਹੜੇ ਝੂਠ ਬੋਲ ਕੇ ਕੀਤੇ ਨੇ, ਉਹ ਸਾਹਮਣੇ ਆ ਜਾਣਗੇ। ਉਹ ਫੜੇ ਜਾਣਗੇ, ਸਾਰੇ ਫੜੇ ਜਾਣਗੇ, ਤੇ ਉਹਨਾਂ ਨੂੰ ਬਿੱਲ ਭਰਨੇ ਪੈਣਗੇ। ਗਰੀਬਾਂ ਦੇ ਜਿਹੜੇ ਬਿੱਲ ਹੈਗੇ ਨੇ, ਉਹ ਮੈਨੂੰ ਲੱਗਦਾ ਕਿ ਉਹ ਤਾਂ ਸਰਕਾਰਾਂ ਵੱਲੋਂ ਉਹਨਾਂ ਨੂੰ ਮੁਫਤ ਮਿਲਣਗੇ ਹੀ ਮਿਲਣਗੇ। ਪਰ ਇਹ ਟੈਕਨੋਲੋਜੀ ਆ, ਇਹਦੇ ਨਾਲ ਲੀਕੇਜ ਖਤਮ ਹੋ ਜਾਏਗੀ। ਇਸ ਵੇਲੇ ਜੇ ਬਿਜਲੀ ਪੰਜਾਬ ਸਰਕਾਰ ਮੰਨ ਲਓ ਕਿ 100 ਵਾਟ ਲੈਂਦੀ ਆ, ਤਾਂ ਉਹਦੇ ਵਿੱਚੋਂ 30 ਤੋਂ 40 ਵਾਟ ਚੋਰੀ ਦੇ ਜਾਂਦੇ ਨੇ, ਜਿਹਦਾ ਇਹੀ ਨਹੀਂ ਪਤਾ ਕਿ ਲੀਕ ਹੋ ਕੇ ਉਹ ਕਿੱਥੇ ਜਾ ਰਹੇ। ਉਹ ਜਿਹੜੀ 30-40% ਜਿਹੜੀ ਬਿਲਿੰਗ ਹੈਗੀ ਆ, ਉਹਦੇ ਵਿੱਚੋਂ ਜਦੋਂ ਪੈਸੇ ਪੂਰੇ ਆਉਣ ਲੱਗ ਜਾਣਗੇ, ਤਾਂ ਉਹ ਜਿਹੜੀ ਭਾਰਤ ਸਰਕਾਰ ਦੇ ਵਿੱਚ ਵੀ ਔਰ ਜਿਹੜੀ ਰਾਜ ਸਰਕਾਰਾਂ ਦੇ ਵਿੱਚ ਵੀ ਜਿਹੜੀਆਂ ਚੋਰੀਆਂ ਹੋ ਰਹੀਆਂ ਨੇ, ਮਾਲੀਆ ਵਧੇਗਾ, ਸਰਕਾਰ ਕੋਲੇ ਪੈਸਾ ਆਵੇਗਾ, ਉਹ ਇੱਕ ਵੱਡਾ ਫੈਕਟਰ ਹੋ ਜਾਵੇਗਾ। ਪਰ ਕੁਝ ਕਿਸਾਨ ਜਥੇਬੰਦੀਆਂ ਜਾਂ ਕੁਝ ਆਪਣੀ ਪੋਲਿਟਿਕਸ ਚਮਕਾਉਣ ਲਈ ਜਿਹੜੇ ਲੋਕਾਂ ਵਿੱਚ ਭਰਮ ਭੁਲੇਖੇ ਪਾ ਰਹੇ ਨੇ ਕਿ ਪ੍ਰੀਪੇਡ ਮੀਟਰ ਆਮ ਆਦਮੀ ਦਾ ਦੁਸ਼ਮਣ ਆ ਰਿਹਾ, ਇਹ ਬਿਲਕੁਲ ਨਹੀਂ ਹੈਗਾ। ਕਿਉਂਕਿ ਪ੍ਰੀਪੇਡ ਮੀਟਰ ਬਿਲਕੁਲ ਉਵੇਂ ਹੀ ਆ ਰਿਹਾ ਜਿਵੇਂ ਅਸੀਂ ਪ੍ਰੀਪੇਡ ਮੋਬਾਈਲ ਫੋਨ ਯੂਜ਼ ਕਰਦੇ ਆ, ਜਾਂ ਮਤਲਬ ਅਸੀਂ ਉਹਦੇ ਟੈਲੀਵਿਜ਼ਨ ਦੀਆਂ ਜਿਹੜੀਆਂ ਅਸੀਂ OTT ਚਾਰਜਸ ਦੇਖਦੇ ਆ, ਪਹਿਲਾਂ ਦੇ ਦਿੰਦੇ ਆ ਤੇ ਮਹੀਨਾ ਦੇਖ ਲੈਂਦੇ ਆ, ਉਵੇਂ ਕੰਮ ਹੁੰਦਾ। ਉਹ ਚੀਜ਼ਾਂ ਹੋਣਗੀਆਂ। ਇਹਦੇ ਨਾਲ ਸਰਕਾਰ ਦੀਆਂ ਜਿਹੜੀਆਂ ਸੁਵਿਧਾਵਾਂ ਨੇ, ਉਹਦੇ ਖਤਮ ਹੋਣ ਦੇ ਲਈ ਕੋਈ ਰਸਤਾ ਨਹੀਂ ਬਣਦਾ ਹੈਗਾ। ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ। ਪੰਜਾਬ ਸਰਕਾਰ ਦੇ ਹੱਥ ਨਹੀਂ ਵੱਡੇ ਜਾ ਰਹੇ, ਉਹ ਤਾਂ ਇੱਕ ਕੇਂਦਰ ਸਰਕਾਰ ਵੱਲੋਂ ਇੱਕ ਲੈਜੀਟੀਮਾਈਜ਼ ਕੀਤਾ ਜਾ ਰਿਹਾ। ਪੂਰੇ ਨੈਸ਼ਨਲ ਲੈਵਲ ਤੇ ਇੱਕੋ ਹੀ ਮਾਡਲ ਹੋਏਗਾ ਕਿ ਉਹਦੇ ਨਾਲ ਪੂਰੇ ਭਾਰਤ ਸਰਕਾਰ ਨੂੰ ਪਤਾ ਹੋਵੇਗਾ ਕਿ ਸਾਨੂੰ ਬਿਜਲੀ ਦੀ ਕਿੰਨੀ ਲੋੜ ਹੈਗੀ ਆ, ਸਾਨੂੰ ਸੋਲਰ ਕਿੰਨਾ ਲਾਉਣਾ ਹੈਗਾ, ਐਟੋਮਿਕ ਬਿਜਲੀ ਕਿੰਨੀ ਉਗਾਉਣੀ ਹੈਗੀ ਆ। ਇਹ ਸਾਰੀਆਂ ਵਿਉਂਤਾਂ ਦੇ ਲਈ ਜ਼ਰੂਰੀ ਹੋ ਜਾਂਦਾ, ਕਿਉਂਕਿ ਜਦੋਂ 10-20% ਬਿਜਲੀ ਦੀ ਲੋੜ ਵੱਧ ਜਾਂਦੀ ਆ, ਖਪਤ ਵੱਧ ਜਾਂਦੀ ਆ, ਇਸੇ ਵਿੱਚ ਹੀ ਘੱਟ ਵੱਧ ਜਾਂਦੇ ਨੇ, ਬੰਦਾ ਪ੍ਰਭਾਵਿਤ ਹੁੰਦਾ। ਜਦੋਂ ਤੱਕ ਸਾਨੂੰ ਆਡਿਟ ਪੂਰੀ ਨਹੀਂ ਹੋਏਗੀ ਕਿ ਬੰਦੇ ਨੂੰ ਆਖਰ ਚਾਹੀਦੀ ਕਿੰਨੀ ਬਿਜਲੀ ਆ, ਉਦੋਂ ਤੱਕ ਸਰਕਾਰਾਂ ਸਹੀ ਫੈਸਲੇ ਨਹੀਂ ਲੈ ਸਕਦੀਆਂ। ਸੁਖਵਿੰਦਰ, ਇਹ ਗੱਲ ਹੈਗੀ ਆ ਵੱਡੇ ਤੌਰ ਦੇ ਉੱਪਰ। ਇਸੇ ਕਰਕੇ ਸਰਕਾਰ ਨੂੰ ਪਤਾ ਸੀ ਕਿ ਦਵੰਦ ਵਿੱਚ ਨੇ ਲੋਕ, ਲੋਕਾਂ ਨੇ ਮੀਟਰ ਨਹੀਂ ਲਵਾਉਣੇ। ਇਸ ਕਰਕੇ ਉਹਨਾਂ ਨੇ ਫੈਸਲਾ ਲਿਆ ਕਿ ਪਹਿਲਾਂ ਸਰਕਾਰੀ ਦਫ਼ਤਰਾਂ ਵਿੱਚ ਲਾਓ। ਥਾਣਿਆਂ ਵਾਲੇ ਵੀ ਮੀਟਰ ਨੇ ਪੈਸੇ ਨਹੀਂ ਦਿੰਦੇ ਹੈਗੇ,
ਹੁਣ ਥਾਣਿਆਂ ਵਿੱਚ ਪ੍ਰੀਪੇਡ ਮੀਟਰ ਲੱਗ ਜਾਣਗੇ, ਉਹ ਪਹਿਲਾਂ ਪੈਸੇ ਦੇਣਗੇ। ਡੀਸੀ ਦੇ ਦਫ਼ਤਰ ਵਿੱਚ ਮੀਟਰ ਪ੍ਰੀਪੇਡ ਲੱਗ ਜਾਣਗੇ, ਉਹ ਪਹਿਲਾਂ ਪੈਸੇ ਦੇ ਦੇਣਗੇ। ਜਿਹੜੇ ਮੁਲਾਜ਼ਮਾਂ ਨੂੰ ਏਸੀ ਪਾਸ ਨਹੀਂ ਹੈਗਾ, ਕੂਲਰ ਪਾਸ ਨਹੀਂ ਹੈਗਾ, ਉਹ ਆਪਣੇ ਦਫ਼ਤਰਾਂ ਵਿੱਚ ਲਵਾਈ ਬੈਠੇ ਨੇ, ਉਹ ਸਾਹਮਣੇ ਆ ਜਾਣਗੇ ਕਿ ਬਿਜਲੀ ਕਿੱਥੇ ਖਪਤ ਹੋ ਰਹੀ ਆ। ਅਫਸਰ ਜਵਾਬਦੇਹ ਹੋਏਗਾ ਕਿ ਏਸੀ ਦੇ ਲਈ ਉਹਨੂੰ ਬਿੱਲ ਨਹੀਂ ਮਿਲਦਾ ਹੈਗਾ, ਉਹਨੂੰ ਸਿਰਫ ਪੱਖੇ ਲਈ ਮਿਲਦਾ, ਕੂਲਰ ਦੇ ਲਈ ਬਿੱਲ ਨਹੀਂ ਮਿਲਦਾ, ਉਹਨੂੰ ਸਿਰਫ ਪੱਖੇ ਲਈ ਮਿਲਦਾ। ਉਹ ਸਾਹਮਣੇ ਆ ਜਾਣਗੇ। ਇਹਦੇ ਨਾਲ ਵੀ ਸਰਕਾਰ ਦੇ ਪੈਸੇ ਬਚਣਗੇ, ਕਿਉਂਕਿ ਹੁਣ ਤੱਕ ਤਾਂ ਨਹੀਂ ਉਹ ਖਜ਼ਾਨੇ ਵਿੱਚੋਂ ਪੈਸਾ ਜਾ ਰਿਹਾ, ਉਹ ਵੀ ਰੋਕ ਲੱਗੇਗੀ। ਔਰ ਜਦੋਂ ਅਫਸਰਾਂ ਦੇ ਸਾਰੇ ਸਰਕਾਰੀ ਮੀਟਰ ਲੱਗ ਜਾਣਗੇ, ਫਿਰ ਇਹ ਸਰਕਾਰੀ ਮੁਲਾਜ਼ਮਾਂ ਨੂੰ ਕਹਿਣਗੇ ਕਿ ਜੇ ਤਨਖਾਹ ਲੈਣੀਆਂ ਨੇ ਤਾਂ ਆਪਣੇ ਘਰਾਂ ਵਿੱਚ ਪ੍ਰੀਪੇਡ ਮੀਟਰ ਲਵਾਓ। ਫਿਰ ਉਹ ਇੱਕ ਬੜੀ ਵੱਡੀ ਸਾਡੀ ਆਬਾਦੀ ਦਾ ਹਿੱਸਾ, ਉਹਦੇ ਨਾਲ ਲੋਕਾਂ ਵਿੱਚ ਇੱਕ ਚਰਚਾ ਹੋਏਗੀ ਕਿ ਇਹ ਮੀਟਰ ਲਵਾਉਣ ਦੇ ਵਿੱਚ ਕੋਈ ਗੁਨਾਹ ਨਹੀਂ ਹੈਗਾ, ਕੋਈ ਨੁਕਸਾਨ ਨਹੀਂ ਹੈਗਾ। ਫਿਰ ਸਾਡਾ ਆਮ ਆਦਮੀ ਮੀਟਰ ਲਵਾਏਗਾ। ਇਹ ਇੱਕ ਤਰੀਕਾ ਲੱਭਿਆ ਸਰਕਾਰ ਨੇ ਲੋਕਾਂ ਨੂੰ ਸਹੀ ਜਾਂ ਗਲਤ ਦਾ ਰਸਤਾ ਅਪਣਾਉਣ ਲਈ। ਸੋ ਇਹ ਕੋਈ ਮਾੜੀ ਪ੍ਰਤੀਤ ਨਹੀਂ ਹੈਗੀ, ਪਰ ਹਾਂ ਉਸ ਚੀਜ਼ ਨੂੰ ਵਰਤਿਆ ਜਾਵੇ ਆਪਣੇ ਗਲਤ ਮਸੌਦਿਆਂ ਨੂੰ ਹੱਲ ਕਰਨ ਲਈ, ਫਿਰ ਤਾਂ ਹਰ ਚੀਜ਼ ਦੀ ਮਾੜੀ ਹੁੰਦੀ ਹੈ। ਸੁਖਵਿੰਦਰ, ਖਜ਼ਾਨਾ ਭਰਨ ਦੇ ਲਈ ਕਹਿੰਦੇ ਸਰਕਾਰ ਮਾਰਕੀਟ ਕਮੇਟੀਆਂ ਦੀ ਜਾਇਦਾਦਾਂ ਨੂੰ ਵੇਚਣ ਜਾ ਰਹੀ ਹੈ, ਹਾਲਾਂਕਿ ਪਿਛਲੀਆਂ ਸਰਕਾਰਾਂ ਵੀ ਵੇਚਦੇ ਰਹੀਆਂ ਨੇ। ਅਕਾਲੀ ਦਲ ਸਾਡੇ ਮਾਨਯੋਗ ਬਾਦਲ ਸਾਹਿਬ ਮੁੱਖ ਮੰਤਰੀ ਹੁੰਦੇ ਸੀ, ਉਹਨਾਂ ਨੇ ਸਭ ਤੋਂ ਪਹਿਲਾਂ ਜਿਹੜੇ ਬੰਦੇ ਬੱਕਰੇ ਨੂੰ ਵੱਢਿਆ ਸੀ ਉਹ ਸੀਗਾ ਮਾਰਕਫੈਡ। ਮਾਰਕਫੈਡ ਦੇ ਖਜ਼ਾਨੇ ਵਿੱਚ ਇੰਨੇ ਸਰਪਲਸ ਪਿਆ ਸੀ, ਮੰਡੀ ਬੋਰਡ ਦੇ ਖਜ਼ਾਨੇ ਵਿੱਚ ਇੰਨਾ ਸਰਪਲਸ ਪਿਆ ਸੀ ਅਕਾਊਂਟਸ ਵਿੱਚ, ਪਹਿਲਾਂ ਤਾਂ ਇਹਨਾਂ ਨੇ ਉਹ ਸਾਰੇ ਪੈਸੇ ਚੱਕੇ। ਫਿਰ ਇਹਨਾਂ ਨੇ ਮਾਰਕਫੈਡ ਦੀਆਂ ਜਾਇਦਾਦਾਂ ਵੇਚਣੀਆਂ ਸ਼ੁਰੂ ਕੀਤੀਆਂ। ਫਿਰ ਇਹਨਾਂ ਨੇ ਆਪਣਾ ਮੰਡੀ ਬੋਰਡ ਦੀਆਂ ਜਾਇਦਾਦਾਂ ਵੇਚਣੀਆਂ ਸ਼ੁਰੂ ਕੀਤੀਆਂ। ਹਾਲਾਂਕਿ ਉਹ ਦੇਖੋ ਸਿੱਧੇ ਸਰਕਾਰ ਦੀ ਆਰਗੇਨਾਈਜੇਸ਼ਨਾਂ ਨਹੀਂ ਸੀਗੀਆਂ। ਫਿਰ ਬਿਜਲੀ ਬੋਰਡ ਦੇ ਨਾਲ ਵੀ ਕੁਝ ਹੱਥ ਪੱਲਾ ਪਾਇਆ ਸੀ, ਪਰ ਬਿਜਲੀ ਬੋਰਡ ਟੁੱਟ ਗਿਆ। ਹੁਣ ਵੀ ਉਹਦੀਆਂ ਵੀ ਜਾਇਦਾਦਾਂ ਦੇ ਉੱਤੇ ਨਜ਼ਰ ਹੈਗੀ ਆ। ਇਹ ਕੰਮ ਸੁਖਬੀਰ ਬਾਦਲ ਨੇ, ਉਸ ਤੋਂ ਬਾਅਦ ਕੈਪਟਨ ਦੇ ਟਾਈਮ ਦੇ ਵਿੱਚ ਵੀ ਆਡਿਟ ਹੋ ਗਈ ਸੀ ਕਿ ਜਿਹੜੀਆਂ ਸਰਕਾਰਾਂ ਦੀਆਂ ਜ਼ਮੀਨਾਂ ਫਾਲਤੂ ਪਈਆਂ ਨੇ, ਵਰਤੀਆਂ ਨਹੀਂ ਜਾ ਰਹੀਆਂ, ਉਹਨਾਂ ਨੂੰ ਵੇਚ ਦਿਓ। ਪਟਿਆਲੇ ਵਿੱਚ ਵੀ ਤਾਂ ਹੋ ਹੀ ਰਿਹਾ ਨਾ, ਜਿਹੜੀਆਂ ਜਗ੍ਹਾ ਕਮਰਸ਼ੀਅਲ ਹੋ ਚੁੱਕੀਆਂ ਨੇ ਸਰਕਾਰਾਂ, ਉਹ ਕੀ ਕਰ ਰਹੇ ਨੇ, ਉਹ ਦਫ਼ਤਰ ਖਾਲੀ ਕਰਾ ਕੇ ਪੁੱਡਾ ਦੇ ਹਵਾਲੇ ਕਰ ਰਹੇ ਨੇ, ਔਰ ਪੁੱਡਾ ਨੂੰ ਕਹਿ ਰਹੇ ਨੇ ਕਿ ਇਹਨਾਂ ਨੂੰ ਕਮਰਸ਼ੀਅਲ ਕਰਕੇ ਵੇਚਿਆ ਜਾਵੇ ਤਾਂ ਕਿ ਖਜ਼ਾਨੇ ਵਿੱਚ ਪੈਸੇ ਮੋਟੇ ਆ ਸਕਣ। ਸੋ ਉਹ ਚੀਜ਼ਾਂ ਨੇ। ਮਾਰਕੀਟ ਕਮੇਟੀਆਂ ਦੇ ਜਿਹੜੇ ਦਫ਼ਤਰ ਨੇ ਉਹ ਸ਼ਹਿਰਾਂ ਦੇ ਵਿੱਚੋਂ ਵਿੱਚ ਆ ਚੁੱਕੇ ਨੇ, ਉਹਨਾਂ ਨੂੰ ਹੁਣ ਕਮਰਸ਼ੀਅਲ ਪ੍ਰਾਪਰਟੀ ਬਣਾ ਕੇ ਪੁੱਡਾ ਵੇਚੇਗੀ। ਜੇ ਕਿਸੇ ਸਿੱਧੇ ਨੂੰ ਵੇਚਦੇ ਨੇ ਉਹ ਵੀ ਸਰਕਾਰ ਗਲਤ ਹੋਵੇਗੀ। ਇਹਨਾਂ ਕੋਲੇ ਰਾਹ ਪੁੱਡਾ ਦੇ ਥਰੂ ਵੇਚਣ ਦਾ ਹੈਗਾ। ਸੋ ਇਹ ਤਰੀਕਾ ਇਹੀ ਆ ਕਿ ਖਜ਼ਾਨੇ ਭਰਨ ਦਾ। ਹੁਣ ਸਰਕਾਰਾਂ ਜਦੋਂ ਪੰਜਾਬ ਦੇ ਵਿੱਚ ਵੋਟਾਂ ਲੈਣ ਆਈਆਂ ਸੀ, ਇਹ ਆਪਣੇ ਬਣਜਾਰੇ ਲਾਲਾ ਜੀ ਆਏ ਸੀ ਦਿੱਲੀ ਤੋਂ, ਉਦੋਂ ਗੱਲਾਂ ਹੋਈਆਂ ਸੀ। ਹੁਣ ਮੈਂ ਲਾਲਾ ਜੀ ਕਹਤਾ, ਹੁਣ ਮੇਰੇ ਤੇ ਕੇਸ ਕਰ ਦੋਗੇ। ਉਹਨੂੰ ਖੈਰੇ ਨੂੰ ਤੇ ਰਾਜੇ ਵੜਿੰਗ ਨੂੰ ਤਾਂ ਕਰਤਾ ਕੇਸ। ਚਲੋ ਖੈਰ, ਇਹ ਚੀਜ਼ਾਂ ਨੇ ਝੂਠ ਬੋਲਣ ਦੀ ਗੱਲ ਆ। ਸਰਕਾਰਾਂ ਦੇ ਉੱਪਰ ਵੀ ਪਰਚੇ ਦਰਜ ਹੋਣੇ ਚਾਹੀਦੇ ਨੇ ਕਿ ਜੇ ਤੁਸੀਂ ਝੂਠੇ ਵਾਅਦੇ ਕਰਕੇ ਲੋਕਾਂ ਦੀ ਕਚਹਿਰੀ ਵਿੱਚ ਖੜ ਕੇ ਤੁਸੀਂ ਵੋਟਾਂ ਹਾਸਲ ਕਰਦੇ ਹੋ, ਔਰ ਤੁਹਾਡੇ ਵਾਅਦਿਆਂ ਦੇ ਉੱਪਰ ਭਰੋਸਾ ਕਰਕੇ ਉਹ ਤੁਹਾਨੂੰ ਵੋਟਾਂ ਦਿੰਦੇ ਨੇ, ਸਰਕਾਰ ਬਣਾਉਂਦੇ ਨੇ, ਸਰਕਾਰ ਤੋਂ ਚਲਾਈ ਨਹੀਂ ਜਾਂਦੀ। ਅੱਜ ਖਜ਼ਾਨਾ ਖਾਲੀ ਹੋਇਆ ਪਿਆ, ਮੁਲਾਜ਼ਮਾਂ ਦੀਆਂ ਤਨਖਾਹ ਦੇਣ ਵਾਲੀਆਂ ਪਈਆਂ ਨੇ। ਹਾਂ, ਪੈਨਸ਼ਨਾਂ ਆ ਗਈਆਂ ਨੇ, ਪਰ ਉਹ ਕੋਈ ਪੈਨਸ਼ਨਾਂ ਕੋਈ ਬਹੁਤ ਵੱਡੀਆਂ ਨਹੀਂ ਹੁੰਦੀਆਂ ਜਿੱਡਾ ਵੱਡਾ ਭਾਰ ਤਨਖਾਹ ਦਾ ਹੁੰਦਾ ਹੈਗਾ। ਸੋ ਦੇਖਣ ਵਾਲੀ ਗੱਲ ਇਹ ਆ ਕਿ ਸਰਕਾਰ ਆਪਣੇ ਖਜ਼ਾਨੇ ਨੂੰ ਜਾਂ ਆਪਣੇ ਕਾਰਜ ਨੂੰ ਚਲਾਉਣ ਲਈ 1000 ਕਰੋੜ 3000 ਕਰੋੜ ਦੇ ਕਰਜ਼ੇ ਲੈ ਰਹੀ ਆ। ਆਪਣੀ ਉਹ ਕਰਜ਼ੇ ਮੋੜਨ ਲਈ ਉਹਨਾਂ ਨੂੰ ਜਾਇਦਾਦਾਂ ਤਾਂ ਵੇਚਣੀਆਂ ਹੀ ਪੈਣਗੀਆਂ। RBI ਨਹੀਂ ਕਰਜ਼ੇ ਦੇਵੇਗਾ, ਹੋਰ ਬੈਂਕਾਂ ਨਹੀਂ ਕਰਜ਼ੇ ਦੇਣਗੀਆਂ, ਫਿਰ ਇਹਨਾਂ ਕੋਲ ਹੱਲ ਕੀ ਆ? ਆਪਣੀਆਂ ਜਾਇਦਾਦਾਂ ਵੇਚਣਗੀਆਂ। ਜੀ, ਅਗਲਾ ਸਵਾਲ ਜਿਹੜਾ ਆ, ਕਹਿੰਦੇ ਬੜੀ ਕਾਹਲੀ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਪ੍ਰੋਗਰਾਮ ਉਲੀਕਿਆ ਗਿਆ, ਮੁੱਖ ਮੰਤਰੀ ਸਾਹਿਬ ਧੂਰੀ ਪਹੁੰਚੇ, ਟੋਲ ਪਲਾਜ਼ੇ ਨੂੰ ਬੰਦ ਕਰਨ ਦਾ ਐਲਾਨ ਕੀਤਾ ਗਿਆ। ਹਾਲਾਂਕਿ ਤਰੀਕ ਜਿਹੜੀ ਆ ਉਹ ਅੱਜ ਦੀ ਲਾਸਟ ਸੀਗੀ ਤੇ ਕਾਨੂੰਨ ਦੇ ਮੁਤਾਬਕ ਉਹ ਅੱਜ ਹੀ ਬੰਦ ਹੋਣਾ ਸੀ, ਰਾਤ ਨੂੰ 12 ਵਜੇ ਬੰਦ ਹੋ ਜਾਣਾ ਹੈ। ਪਰ ਸਵਾਲ ਫਿਰ ਬਾਕੀ ਟੋਲ ਪਲਾਜ਼ਿਆਂ ਦਾ ਵੀ ਉੱਠਣ ਲੱਗ ਗਿਆ ਕਿ ਉਹਨਾਂ ਨੂੰ ਕਿਸ ਢੰਗ ਨਾਲ ਬੰਦ ਕੀਤਾ ਜਾਏਗਾ, ਕਿਉਂਕਿ ਉਹਨਾਂ ਦੇ ਕਈਆਂ ਦੀਆਂ ਤਰੀਕਾਂ ਜਿਹੜੀਆਂ ਨੇ ਉਹ ਨੇੜੇ ਨੇੜੇ ਲੱਗੀਆਂ ਹੋਈਆਂ। ਮੈਂ ਇੱਕ ਦੋ ਥਾਂ ਦੀਆਂ ਪੜ੍ਹ ਰਿਹਾ ਸੀਗਾ, ਸ਼ਾਇਦ ਕੋਈ ਦਸੰਬਰ ਦੇ ਵਿੱਚ ਆ, ਉਹਨਾਂ ਦੇ ਬੰਦ ਕਰਨ ਦੀ ਗੱਲ ਹੈ। ਇੱਕ ਚੰਗਾ ਫੈਸਲਾ ਵੀ ਕਹਿ ਸਕਦੇ ਆ ਕਿ ਭਾਵੇਂ ਸਰਕਾਰ ਨੇ ਸਿਹਰਾ ਆਪਣੇ ਸਿਰ ਤੇ ਲੈ ਲਿਆ, ਪਰ ਕਾਨੂੰਨ ਦੇ ਮੁਤਾਬਕ ਜਿਹੜਾ ਹੋਣਾ ਸੀ ਉਹ ਲਾਗੂ ਹੋਣ ਦਿੱਤਾ ਇਸ ਫੈਸਲੇ ਨੂੰ। ਨਹੀਂ ਤਾਂ ਜੇ ਕੋਈ ਹੋਰ ਸਰਕਾਰ ਹੁੰਦੀ ਤੇ ਇਹਨਾਂ ਦਾ ਸਮਾਂ ਅੱਗੇ ਵਧਾ ਦੇਣਾ, ਜਿਵੇਂ ਭਗਵੰਤ ਮਾਨ ਸਾਹਿਬ ਕਹਿੰਦੇ ਸੀ। ਨਾਲ ਨਾਲ ਉਹ ਇਹ ਵੀ ਗੱਲ ਦੱਸ ਗਏ ਕਿ ਜਿਹੜਾ ਸ਼੍ਰੋਮਣੀ ਕਮੇਟੀ ਦੀ ਜ਼ਮੀਨ ਨੂੰ ਲੈ ਕੇ ਰੌਲਾ ਪਿਆ ਸੀਗਾ ਮੈਡੀਕਲ ਕਾਲਜ ਦਾ, ਉਹ ਕਹਿੰਦੇ ਹੁਣ ਸ਼੍ਰੋਮਣੀ ਕਮੇਟੀ ਨੇ ਆਪਣੇ ਹੱਥ ਪਿੱਛੇ ਕਰ ਲਏ। ਉਹ ਕਹਿੰਦੇ ਕਿ ਬਣਨਾ ਚਾਹੀਦਾ, ਕਿਉਂਕਿ ਇਲਾਕੇ 'ਚ ਵੀ ਲੋਕਾਂ ਦਾ ਕਾਫੀ ਵਿਰੋਧ ਦੇਖਣ ਨੂੰ ਮਿਲ ਰਿਹਾ ਸੀ ਕਿ ਇੱਥੇ ਜਿਹੜਾ ਆ ਉਹ ਮੈਡੀਕਲ ਕਾਲਜ ਬਣਨ ਦਿੱਤਾ ਜਾਣਾ ਚਾਹੀਦਾ। ਸੁਖਵਿੰਦਰ, ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਜਿਸ ਤਰ੍ਹਾਂ ਦੇ ਫੈਸਲੇ ਲੈ ਰਹੇ ਨੇ,
ਸਾਡੇ ਬਹੁਤ ਮੁਅੱਜ਼ਜ਼ ਨੇ, ਬਹੁਤ ਅਜ਼ੀਜ਼ ਨੇ, ਬਹੁਤ ਨੇੜੇ ਤੋਂ ਦੇਖਿਆ ਉਹਨਾਂ ਨੂੰ। ਪਰ ਕਈ ਨਾ ਫੈਸਲੇ ਲੈਣ ਦੇ ਲਈ ਸਰਕਾਰਾਂ ਜਾਂ ਮੁੱਖ ਮੰਤਰੀ ਆਪਣੇ ਸਲਾਹਕਾਰ ਪਾਲ ਲੈਂਦੀਆਂ। ਇਸ ਵੇਲੇ ਭਗਵੰਤ ਮਾਨ ਕੋਲੇ ਜ਼ਿਆਦਾ ਨਹੀਂ ਤਾਂ 4-5 ਸਲਾਹਕਾਰ ਤਾਂ ਹੈਗੇ ਨੇ ਜਿਨ੍ਹਾਂ ਨੂੰ ਉਹਨਾਂ ਨੇ ਨਾਲ ਰੱਖਿਆ ਹੋਇਆ। ਉਹਨਾਂ ਨੇ ਸਲਾਹਾਂ ਦੇਣੀਆਂ ਹੁੰਦੀਆਂ ਨੇ ਕਿ ਸਾਨੂੰ ਪੋਲੀਟੀਕਲ ਮਾਈਲੇਜ ਲੈਣ ਦੇ ਲਈ ਕੀ ਕਦਮ ਚੱਕਣੇ ਚਾਹੀਦੇ ਨੇ, ਜੇ ਸੂਬੇ ਦੇ ਫਾਇਦੇ ਲਈ ਸਾਨੂੰ ਕੀ ਕਦਮ ਚੱਕਣੇ ਚਾਹੀਦੇ ਨੇ, ਲੋਕਾਂ ਦੇ ਫਾਇਦੇ ਲਈ ਸਾਨੂੰ ਕੀ ਕੰਮ ਚੱਕਣੇ ਚਾਹੀਦੇ ਨੇ, ਇਹ ਵਾਤਾਵਰਣ ਦੇ ਫਾਇਦੇ ਲਈ ਕੀ ਕੰਮ ਚੱਕਣੇ ਨੇ, ਤੇ ਖੇਤੀਬਾੜੀ ਦੇ ਫਾਇਦੇ ਲਈ ਮਸਲਨ ਮਤਲਬ ਇਸ ਤਰ੍ਹਾਂ ਅੱਡੋ ਅੱਡ ਕੀ ਸਾਨੂੰ ਕਰਨਾ ਚਾਹੀਦਾ। ਹਾਲਾਂਕਿ ਸਲਾਹਕਾਰ ਸਭ ਤੋਂ ਵੱਡੇ ਤਾਂ ਜਿਹੜੇ ਸਰਕਾਰਾਂ ਨੇ ਆਈਐਸ ਅਫਸਰ ਬਿਠਾਏ ਨੇ, ਉਹਨਾਂ ਮਹਿਕਮਿਆਂ 'ਚ ਡਾਇਰੈਕਟਰ ਬੈਠੇ ਨੇ, ਉਹ ਵੀ ਸਾਰੇ ਸਲਾਹਕਾਰ ਹੀ ਨੇ। ਪਰ ਫਿਰ ਵੀ ਸਰਕਾਰਾਂ ਨੂੰ ਵਿਸ਼ਵਾਸ ਨਹੀਂ ਹੁੰਦਾ, ਉਹ ਆਪਣੇ ਸਲਾਹਕਾਰ ਰੱਖ ਲੈਂਦੀਆਂ ਨੇ। ਪਰ ਮੈਂ ਕਹਿਣਾ ਕਿ ਜਿਹੜਾ ਇਹਨਾਂ ਨੇ ਧੂਰੀ ਵਿੱਚ ਕਾਰਜ ਕੀਤਾ ਕਿ ਮੈਂ ਟੋਲ ਚੁਕਵਾਤਾ, ਤੁਸੀਂ ਕਿਵੇਂ ਚੁਕਵਾਤਾ? ਉਹਦੀ ਤਾਂ ਮਿਆਦ ਪੂਰੀ ਹੋ ਗਈ। ਜੇ ਤੁਸੀਂ ਟੋਲ ਚੁਕਵਾਉਣਾ ਸੀ ਤਾਂ ਜਦੋਂ ਤੁਹਾਡੀ ਸਰਕਾਰ ਬਣੀ ਸੀ ਉਦੋਂ ਬੰਦ ਕਰਵਾਉਂਦੇ ਕਿ ਅਸੀਂ ਨਹੀਂ ਚੱਕਣ, ਅਸੀਂ ਨਹੀਂ ਪੈਸੇ ਇਕੱਠੇ ਕਰਨ ਦਿੰਦੇ। ਫਿਰ ਤਾਂ ਮੰਨਦੇ ਅਸੀਂ ਕਿ ਸਰਕਾਰ ਨੇ ਕੋਈ ਆਪਣੀ ਜ਼ੋਰ ਜ਼ਬਰਦਸਤੀ ਨਾਲ ਲੋਕਾਂ ਦਾ ਫਾਇਦਾ ਕੀਤਾ। ਪਰ ਤੁਸੀਂ ਲੋਕਾਂ ਦੇ ਵਿੱਚ ਚਮਕਣ ਦੇ ਲਈ ਇੱਕ ਕਾਰੋਬਾਰੀਆਂ ਦਾ ਨੁਕਸਾਨ ਕਰ ਰਹੇ ਹੋ। ਤਾਂ ਤੁਸੀਂ ਇੱਕ ਪਾਸੇ ਕਹਿ ਰਹੇ ਹੋ ਕਿ ਟਾਟਾ ਸਾਡੇ ਕੋਲੇ ਪੈਸੇ ਲਾ ਰਿਹਾ ਆ ਕੇ, ਦੂਜੇ ਪਾਸੇ ਤੁਸੀਂ ਟੋਲ ਵਾਲੇ ਕਾਰੋਬਾਰੀਆਂ ਨੇ ਜਿਹੜਾ ਪੈਸਾ ਲਾਇਆ ਹੋਇਆ ਉਹਨਾਂ ਦਾ ਨੁਕਸਾਨ ਕਰਨ ਤੇ ਸਰਕਾਰ ਤੁਲੀ ਹੋਈ ਆ। ਤੇ ਫਿਰ ਪੰਜਾਬ ਦੇ ਵਿੱਚ ਪੈਸਾ ਕਿਵੇਂ ਆਏਗਾ, ਇਹ ਵੀ ਤਾਂ ਦੂਜਾ ਸਵਾਲ ਖੜਾ ਹੁੰਦਾ। ਔਰ ਜਿਹੜੇ ਹੋਰ ਟੋਲ ਪਲਾਜ਼ੇ ਹੈਗੇ ਨੇ ਜਿਨ੍ਹਾਂ ਤੁਸੀਂ ਗੱਲ ਕਰ ਰਹੇ ਹੋ ਵੀ 6 ਮਹੀਨੇ ਰਹਿ ਗਏ ਜਾਂ ਸਾਲ ਰਹਿ ਗਏ, ਤਾਂ ਹੁਣ ਆਲੇ ਦੁਆਲੇ ਦੇ ਲੋਕ, ਉਹਨਾਂ ਦੇ ਵੀ ਪ੍ਰੈਸ਼ਰ ਬਣੇਗਾ ਕਿ ਸਾਡੇ ਵੀ ਟੋਲ ਚਕਵਾਓ ਜੀ। ਜੇ ਸਰਕਾਰ ਧੂਰੀ ਦੇ ਲੋਕਾਂ ਦੀ ਮਦਦ ਕਰ ਸਕਦੀ ਆ ਤੇ ਫਿਰ ਬਟਾਲੇ ਵਾਲਿਆਂ ਦੀ ਮਦਦ ਕਰਨ 'ਚ ਕੀ ਪ੍ਰੋਬਲਮ ਆ? ਫਿਰ ਨਵੇਂ ਸ਼ਹਿਰ ਦੇ ਕੋਲੇ ਆਪਣੇ ਉੱਥੇ ਰਾਹੋਂ ਦੇ ਲੋਕਾਂ ਦੀ ਮਦਦ ਕਰਨ ਦੇ ਵਿੱਚ ਕੀ ਪ੍ਰੋਬਲਮ ਆ? ਜਾਂ ਆਪਣੇ ਜਿਹੜੇ ਉਧਰ ਤੁਹਾਡੇ ਜ਼ੀਰਕਪੁਰ ਤੋਂ ਲੱਗਦੇ ਨੇ ਆਪਣੇ ਸਟੇਟ ਹਾਈਵੇ ਦੇ ਹੈਗੇ ਨੇ ਜਿਹੜੇ ਅੰਦਰ ਦੀ ਲੰਘਦੇ ਆ, ਉਹਨਾਂ ਦੀ ਪ੍ਰੋਬਲਮ ਹੈਲਪ ਕਰਨ 'ਚ ਕੀ ਪ੍ਰੋਬਲਮ ਆ ਸਰਕਾਰ ਨੂੰ? ਸਰਕਾਰ ਨੇ ਆਪਣੇ ਲਈ ਪੰਗੇ ਛੇੜ ਲਏ ਨੇ, ਦੋ ਪੰਗੇ ਛੇੜ ਲਏ ਨੇ। ਇੱਕ ਤਾਂ ਲੋਕਾਂ ਦੀਆਂ ਮੰਗਾਂ ਸ਼ੁਰੂ ਹੋਣਗੀਆਂ, ਇੱਕ ਜਿਹੜੇ ਕਾਰੋਬਾਰੀਆਂ ਨੇ ਪੰਜਾਬ ਦੇ ਵਿੱਚ ਪੈਸੇ ਲਾਉਣੇ ਸੀ ਉਹਨਾਂ ਦੇ ਪ੍ਰਤੀ ਪੰਜਾਬ ਸਰਕਾਰ ਦੀ ਅਕਲ ਦਾ ਦਰਸ਼ਕ ਇੱਕ ਮੁਜੱਸਮਾ ਸਾਹਮਣੇ ਆ ਗਿਆ ਕਿ ਇਹ ਵਪਾਰੀਆਂ ਨੂੰ ਲੈ ਕੇ ਕਿੰਨੇ ਕੁ ਸੁਹਿਰਦ ਨੇ। ਸਮਝ ਸਾਹਿਬ ਇੱਥੇ ਕਲੀਅਰ ਕਰਿਓ ਕਿ ਮਿਆਦ ਤਾਂ ਪੁੱਗ ਚੁੱਕੀ ਨਾ ਉਸਦੀ, ਫਿਰ ਮਿਆਦ ਦੇ ਹਿਸਾਬ ਨਾਲ ਤਾਂ ਉਹਨੂੰ ਬੰਦ ਹੋਣਾ ਚਾਹੀਦਾ ਆ, ਤੇ ਉਸੇ ਹਿਸਾਬ ਨਾਲ ਹੀ ਬੰਦ ਹੋ ਰਿਹਾ। ਉਹ ਗੱਲ ਵੱਖਰੀ ਕਿ ਸਿਹਰਾ ਇਹ ਲੈ ਰਹੇ ਨੇ। ਮੈਂ ਉਹੀ ਤਾਂ ਕਹਿ ਰਿਹਾ ਨਾ ਕਿ ਤੁਸੀਂ ਸਿਹਰਾ ਕਿਉਂ ਲੈ ਰਹੇ ਹੋ? ਜੇ ਮਿਆਦ ਪੂਰੀ ਹੋ ਚੁੱਕੀ ਆ, ਮਿਆਦ ਪੂਰੀ ਹੋਈ ਦੇ ਵਿੱਚ ਸਾਨੂੰ ਪਤਾ ਕਿ ਕਰੋਨਾ ਚੱਲਿਆ ਹੈਗਾ, ਸੰਯੁਕਤ ਮੋਰਚੇ ਦਾ ਸੰਯੁਕਤ ਕਿਸਾਨ ਮੋਰਚਾ ਦੇ ਨਾਲ ਟੋਲ ਬੰਦ ਰਹੇ ਨੇ, ਕਾਰੋਬਾਰੀਆਂ ਦਾ ਨੁਕਸਾਨ ਨਹੀਂ ਹੋਇਆ ਜਿਨ੍ਹਾਂ ਨੇ ਸਰਕਾਰ ਨੂੰ ਕਰੋੜਾਂ ਰੁਪਈਆ ਦੇ ਕੇ ਟੈਂਡਰ ਚੱਕੇ ਨੇ। ਉਹਨਾਂ ਦੇ ਹੱਕ ਵਿੱਚ ਸਰਕਾਰਾਂ ਕਿੱਥੇ ਖੜੀਆਂ ਨੇ? ਕਿਸਾਨਾਂ ਦੇ ਹੱਕ ਵਿੱਚ ਭੁਗਤ ਗਈਆਂ। ਕਿਸਾਨ ਸਾਨੂੰ ਵੋਟਾਂ ਦਿੰਦੇ ਨੇ, ਭੁਗਤ ਗਏ। ਪਰ ਮੈਂ ਕਹਿੰਦਾ ਜਿਹੜੇ ਬੰਦਿਆਂ ਨੇ ਰੁਜ਼ਗਾਰ ਦੇਣਾ ਕੱਲ ਨੂੰ ਲੋਕਾਂ ਨੂੰ, ਕਾਰੋਬਾਰੀ ਸੀ ਜਿਹੜੇ ਆਪਣੇ 100 ਪਰਿਵਾਰ ਜਿਹੜੇ ਟੋਲ ਦੇ ਉੱਪਰ ਚੱਲ ਰਹੇ ਸੀ, ਉਹਨਾਂ ਦੀ ਰੋਟੀ ਤਾਂ ਬੰਦ ਹੋ ਗਈ। ਦੇਖੋ ਗੱਲ ਦੇ ਸਿੱਕੇ ਦੇ ਦੋਨੇ ਪਹਿਲੂ ਨੇ। ਤੁਸੀਂ ਮੈਂ ਉਹ ਕਹਿਣਾ ਵੀ ਜਦੋਂ ਸਿੱਕੇ ਨੂੰ ਹਵਾ 'ਚ ਉਛਾਲਣਾ, ਉਹਦਾ ਮਿਆਦ ਪੂਰੀ ਹੋ ਗਈ ਸੀ ਨਾ, ਮਿਆਦ ਪੂਰੀ ਹੋ ਗਈ, ਖਤਮ ਹੋ ਗਈ। ਕੀ ਲੋੜ ਸੀ ਐਡਾ ਵੱਡਾ ਸਮਾਗਮ ਕਰਨ ਦੀ, ਜਾ ਕੇ ਆਪਣਾ ਛਾਤੀ ਠੋਕਣ ਦੀ? ਤੁਸੀਂ ਸਿੱਕਾ ਕਿਉਂ ਉਛਾਲਿਆ? ਹੁਣ ਸਿੱਕਾ ਜਦੋਂ ਉਛਾਲਿਆ ਤਾਂ ਫਿਰ ਉਹਦੇ ਦੋਨੇ ਪਹਿਲੂ ਘੁੰਮਣਗੇ ਨਾ, ਕਿ ਤੁਸੀਂ ਕਾਰੋਬਾਰੀਆਂ ਦਾ ਨੁਕਸਾਨ ਕਰਨ ਲਈ ਤਿਆਰ ਹੋ, ਤੁਸੀਂ ਲੋਕਾਂ ਦਾ ਫਾਇਦਾ ਕਰਨ ਲਈ ਤਿਆਰ ਹੋ। ਪਰ ਕਿਹੜਾ ਫਾਇਦਾ? ਤੁਸੀਂ ਲੋਕਾਂ ਦੇ ਨੌਕਰੀਆਂ ਜਾ ਰਹੀਆਂ ਨੇ, ਕਾਰੋਬਾਰੀਆਂ ਦਾ ਨੁਕਸਾਨ ਹੋ ਰਿਹਾ, ਲੋਕ ਟੋਲ ਦੇ ਰਹੇ ਨੇ। ਜੇ ਸੜਕ ਤੇ ਚੱਲਣਾ ਤਾਂ ਟੋਲ ਤਾਂ ਦੇਣਾ ਪਏਗਾ। ਪਰ ਕੀ ਪੰਜਾਬ ਸਰਕਾਰ ਨੇ ਉਹ ਟੋਲ ਵਪਾਰੀਆਂ ਨੂੰ ਕਦੇ ਕਿਹਾ ਕਿ ਆਪਣੇ ਜਿਹੜੇ ਟੋਲ ਨੇ ਉਹ ਪਾਏਦਾਰ ਕਰ ਲਓ, ਲੋਕਾਂ ਦੇ ਜੇਬਾਂ ਕੱਟਣ ਵਾਲੇ ਟੋਲ ਨਾ ਬਣਾਓ? ਉਹ ਵੀ ਤਾਂ ਕੰਮ ਕਦੇ ਨਹੀਂ ਕੀਤਾ ਸਰਕਾਰ ਨੇ। ਲੋਕਾਂ ਦੇ ਹੱਕ ਦੀ ਆਵਾਜ਼ ਬਣਨ ਲਈ ਇਹ ਆ ਗਏ ਨੇ ਸਮਾਗਮ ਕਰਨ ਲਈ, ਨਾਲ 2 ਮੰਤਰੀ ਵੀ ਆ ਗਏ ਨੇ, ਪਰ ਕੰਮ ਕਰਨ ਲਈ ਕੋਈ ਤਿਆਰ ਨਹੀਂ ਹੈਗਾ। ਸਿਰਫ ਸਿਹਰਾ ਮੱਥੇ ਤੇ ਲਾ ਕੇ ਵੱਡੀਆਂ ਵੱਡੀਆਂ ਗੱਲਾਂ ਕਰਨੀਆਂ ਨੇ। ਉਹ ਜਿਹੜੀ ਜ਼ਮੀਨ ਦੀ ਤੁਸੀਂ ਗੱਲ ਕਰ ਰਹੇ ਹੋ, ਐਸਜੀਪੀਸੀ ਨੇ ਕਲੇਮ ਕੀਤਾ ਸੀ ਕਿਉਂਕਿ ਉਹ ਗੁਰਦੁਆਰੇ ਦੇ ਟਰਸਟ ਦੀ ਜ਼ਮੀਨ ਆ ਮਸਤੂਆਣਾ ਸਾਹਿਬ ਦੀ, ਤੇ ਉਹਦੇ ਵਿੱਚ ਐਸਜੀਪੀਸੀ ਨੇ ਲੱਤ ਅੜਾ ਲਈ। ਖੈਰ ਕੋਈ ਵੱਡੀ ਗੱਲ ਨਹੀਂ, ਬਹੁਤ ਵੱਡੀ ਬਹੁਤ ਮਤਲਬ ਕੀ ਕਹਿੰਦੇ ਹੁੰਦੇ ਮਹਾਨ ਜਗ੍ਹਾ ਹੈਗੀ ਆ ਜਿੱਥੇ ਬਹੁਤ ਵੱਡੇ ਤਪਸਵੀ ਸੰਤਾਂ ਨੇ, ਬਾਬਾ ਅਤਰ ਸਿੰਘ ਜੀ ਨੇ ਤਪੱਸਿਆ ਕੀਤੀ ਔਰ ਵਿਦਿਆ ਦਾ ਪ੍ਰਸਾਰ ਕੀਤਾ, ਜੋ ਸਾਡੇ ਸਿੱਖ ਫਲਸਫੇ ਦਾ ਬੜਾ ਅਹਿਮ ਹਿੱਸਾ ਗਿਆਨ ਵੰਡਣਾ, ਗਿਆਨ ਦਾ ਲੰਗਰ ਲਾਉਣਾ। ਤਾਂ ਉੱਥੇ ਸਰਕਾਰ ਉਹ ਲਾ ਰਹੀ ਆ, ਹਸਪਤਾਲ ਬਣਾ ਰਹੀ ਆ, ਚੰਗੀ ਗੱਲ ਹੈਗੀ ਆ। ਔਰ ਇਹ ਬਣ ਰਿਹਾ ਹੈਗਾ, ਇਹ ਬੜੀ ਵੱਡੀ ਗੱਲ ਆ। ਸੰਗਰੂਰ ਨੂੰ ਵਿੱਚ
ਆਪਣਾ ਇੱਕ ਹੋਮੀ ਭਾਭਾ ਕੈਂਸਰ ਇੰਸਟੀਚਿਊਟ ਵੀ ਲੱਗਿਆ ਹੋਇਆ ਹੈਗਾ। ਕੇਂਦਰ ਸਰਕਾਰ ਨੇ PGI ਵੀ ਬਣਾਇਆ ਹੈਗਾ, ਪਰ ਉਹ ਸਿਰਫ ਹੋਮੀ ਭਾਭਾ ਚੱਲ ਰਿਹਾ ਹੈਗਾ। PGI ਦਾ ਹਲੇ ਗੱਲਾਂ ਹੀ ਹੋ ਰਹੀਆਂ ਨੇ, ਥੋੜਾ ਬਹੁਤ OPD ਚੱਲਦਾ ਹਲੇ, ਲੇਕਿਨ ਉਹ ਸਾਰੇ ਪੂਰੇ ਨਹੀਂ ਹੋਏ। ਪੰਜਾਬ ਸਰਕਾਰ ਹਸਪਤਾਲ ਤਾਂ ਬਣਾ ਰਹੀ ਹੈ, ਪਰ ਮੈਂ ਇੱਥੇ ਇੱਕ ਸਵਾਲ ਬਹੁਤ ਹੀ ਨਿਮਰਤਾ ਨਾਲ ਕਰਨਾ ਚਾਹੂੰਗਾ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ, ਆਪ ਜੀ ਦੇ ਮਾਧਿਅਮ ਨਾਲ, ਕਿ ਡਾਕਟਰ ਤਾਂ ਤੁਹਾਡੇ ਤੋਂ ਭਰਤੀ ਨਹੀਂ ਹੋ ਰਹੇ। 55,000 ਦੀ ਨੌਕਰੀ ਲੈਣ ਲਈ ਕੋਈ ਡਾਕਟਰ ਨਹੀਂ ਆਏਗਾ। 3 ਸਾਲ 55,000 ਤੁਸੀਂ ਇੱਕ ਡਾਕਟਰ ਨੂੰ ਦਿਓ, ਜੋ ਆਪਣੀ ਪੜ੍ਹਾਈ ਪੂਰੀ ਕਰਨ ਲਈ ਸਰਕਾਰੀ ਹਸਪਤਾਲਾਂ ਵਿੱਚ ਪੜ੍ਹਨ ਦੇ ਬਾਵਜੂਦ ਵੀ ਉਹਦਾ ਕਰੋੜ ਤੋਂ 2 ਕਰੋੜ ਰੁਪਇਆ ਖਰਚਾ ਆ ਰਿਹਾ। ਉਹ 55,000 ਦੀ ਮਾਸਿਕ ਪੈਸੇ ਲੈ ਕੇ ਨਹੀਂ ਆਏਗਾ। ਔਰ ਜਿਹੜੇ ਤੁਸੀਂ ਹਸਪੀਟਲ ਬਣਾ ਰਹੇ ਹੋ ਉਹਦੇ ਵਿੱਚ ਤਾਂ ਫਿਰ ਸਪੈਸ਼ਲਿਸਟ ਵੀ ਚਾਹੀਦੇ ਹੋਣਗੇ, ਤੇ ਤੁਹਾਡੇ ਕੋਲ ਤਾਂ ਆਮ ਡਾਕਟਰ ਨਹੀਂ ਆ ਰਿਹਾ 55,000 ਦੀ ਨੌਕਰੀ ਦਾ। ਪਿਛਲੀ ਸਰਕਾਰ ਨੇ ਨੌਕਰੀਆਂ ਕੱਢ ਕੇ ਦੇਖ ਲਈਆਂ, ਇਹ ਵੀ ਜੀ ਪੂਰਾ ਕਰ ਲੈਣ ਆਪਣਾ, ਫਿਰ ਚੱਲੇਗਾ ਕਿਹਦੇ ਨਾਲ? ਉੱਥੇ ਹੁਣ ਇਹ ਤਾਂ ਨਹੀਂ ਹੋਏਗਾ ਬਈ ਡਾਕਟਰਾਂ ਦੀਆਂ ਕੁਰਸੀਆਂ ਦੇ ਉੱਪਰ ਟਾਂਗੇ ਹੱਕਣ ਵਾਲੇ ਬੈਠਣਗੇ ਆ ਕੇ ਵੀ ਕੋਈ ਨਾ ਜੀ ਪਰਚੀਆਂ ਕੱਟ ਕੱਟ ਕੇ ਦੇ ਦਾਂਗੇ। ਡਾਕਟਰ ਹੀ ਚਾਹੀਦੇ ਨੇ ਨਾ, ਤੇ ਡਾਕਟਰਾਂ ਨੂੰ ਲਿਆਉਣ ਲਈ ਕੀ ਪ੍ਰਬੰਧ ਕਰ ਰਹੀ ਹੈ ਸਰਕਾਰ? ਉਹਦੇ ਉੱਤੇ ਕੋਈ ਪਾਲਿਸੀ ਨਹੀਂ ਹੈਗੀ। ਹੈਲਥ ਦੇ ਉੱਪਰ ਕੋਈ ਕੰਮ ਹੀ ਨਹੀਂ ਹੋ ਰਿਹਾ। ਗੱਲਾਂ ਸਿਰਫ ਹੋ ਰਹੀਆਂ ਨੇ ਵੱਡੀਆਂ ਵੱਡੀਆਂ ਕਿ ਨਾਰੇ ਮਾਰੀ ਜਾਓ, ਹਮ ਇਹ ਕਰ ਦਿਆ, ਹਮਨੇ ਉਹ ਕਰ ਦਿਆ, ਕੀਤਾ ਕੁਛ ਨਹੀਂ ਹੈਗਾ। ਔਰ ਵੱਡੇ ਵੱਡੇ ਚੈਨਲ ਨੇ ਉਹ ਇੰਟਰਵਿਊਜ਼ ਕਰੀ ਜਾ ਰਹੇ ਨੇ। ਉਹ ਯਾਰ ਲੋਕਾਂ ਦੀ ਗੱਲ ਤਾਂ ਕਰ ਲਓ, ਜੋ ਸਵਾਲ ਉਹਨਾਂ ਨੂੰ ਦੇ ਦਿੱਤੇ ਜਾਂਦੇ ਨੇ ਉਹੀ ਸਵਾਲ ਪੁੱਛ ਲੈਂਦੇ ਨੇ। ਵੱਡਾ ਵੱਡਾ ਲਿਖਿਆ ਹੁੰਦਾ ਤੇ 13 14 15 16 17 18 19 ਪਤਾ ਨਹੀਂ ਕਿਹੜੇ ਕਿਹੜੇ ਨੰਬਰ ਦੇ ਚੈਨਲ ਖੋਲੀ ਬੈਠੇ ਨੇ। ਪਰ ਸਰਕਾਰ ਨੂੰ ਸਵਾਲ ਤਾਂ ਕਰੋ, ਲੋਕਾਂ ਦੇ ਸਵਾਲ ਤੁਸੀਂ ਕਰ ਰਹੇ ਹੋ। ਇੱਕ ਪੱਤਰਕਾਰ ਉੱਥੇ ਬਾਰ-ਬਾਰ ਸਵਾਲ ਕਰ ਰਿਹਾ ਸੀ ਭਗਵੰਤ ਮਾਨ ਨੂੰ ਕਿ ਸੜਕਾਂ ਦਾ ਬੁਰਾ ਹਾਲ ਆ, ਸੜਕਾਂ ਕਦੋਂ ਬਣਨਗੀਆਂ? ਉਹਦਾ ਜਵਾਬ ਨਹੀਂ ਹੈਗਾ। ਜਾਂਦੇ ਹੋਗਾ ਕਿ ਹਾਂਜੀ ਕਰਾਂਗੇ ਕਰਾਂਗੇ। ਇਹ ਤਾਂ ਬਾਦਲ ਸਾਹਿਬ ਦੇ ਵੀ ਜਵਾਬ ਹੁੰਦੇ ਸੀ ਕੋਈ ਨਾ ਠੰਡ ਰੱਖੋ ਕੰਮ ਹੋ ਜਾਊਗਾ। ਇਹ ਜਵਾਬ ਤਾਂ ਕੈਪਟਨ ਕੋਲੇ ਵੀ ਸੀਗੇ। ਤੇ ਫਿਰ ਇਹੀ ਮੰਨ ਲਈਏ ਕਿ ਭਗਵੰਤ ਮਾਨ, ਅਮਰਿੰਦਰ ਸਿੰਘ ਤੇ ਬਾਦਲ ਸਾਹਿਬ ਦੇ ਵਿੱਚ ਕੋਈ ਫਰਕ ਨਹੀਂ, ਉਹੀ ਚੀਜ਼ ਹੈਗੀ ਆ। ਫਿਰ ਲੋਕਾਂ ਨੇ ਕੀ ਖੱਟਿਆ? ਇਹ ਵੀ ਗੱਲ ਤੁਹਾਡੀ ਸਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਉੱਥੇ ਜਦੋਂ ਟੋਲ ਪਲਾਜ਼ੇ ਦੇ ਉਸ ਪ੍ਰੋਗਰਾਮ ਦੇ ਵਿੱਚ ਪਹੁੰਚੇ ਤੇ ਉੱਥੇ ਉਹਨਾਂ ਨੇ ਇਹ ਵੀ ਗੱਲ ਕਹੀ ਕਿ ਟੋਲ ਪਲਾਜ਼ਿਆਂ ਵਾਲੇ ਜਿਹੜੇ ਨੇ ਇਹ ਲੋਕਾਂ ਨੂੰ ਉਹ ਸਹੂਲਤਾਂ ਨਹੀਂ ਦਿੰਦੇ, ਐਂਬੂਲੈਂਸ ਨਹੀਂ ਦਿੰਦੇ ਜੀ, ਜਾਂ ਫਿਰ ਇਹਨਾਂ ਨੇ ਹੋਰ ਸਹੂਲਤਾਂ, ਕ੍ਰੇਨ ਦੀ ਸਹੂਲਤ ਕਿ ਜਾ ਕੇ ਜੇ ਕਿਸੇ ਦੀ ਗੱਡੀ ਹਾਦਸਾਗ੍ਰਸਤ ਹੋ ਜੇ ਉਹ ਸਹੂਲਤਾਂ, ਉਹ ਜਿਹੀਆਂ ਸਹੂਲਤਾਂ ਨਹੀਂ। ਤੇ ਫਿਰ ਇਹ ਕਰਾਉਣੀਆਂ ਕਿਹਨੇ ਨੇ ਪੂਰੀਆਂ? ਸਰਕਾਰ ਨੇ ਕਰਾਉਣੀਆਂ। ਸਰਕਾਰ ਨੋਟਿਸ ਲਏ, ਪੰਜਾਬ ਦੇ ਵਿੱਚ ਬੜੇ ਟੋਲ ਪਲਾਜ਼ੇ ਨੇ, ਜੇ ਉੱਥੇ ਨਹੀਂ ਕੰਮ ਹੁੰਦਾ, ਮੈਂ ਚਾਹਾਂਗਾ ਕਿ ਅਸੀਂ ਤਾਂ ਚਲੋ ਜ਼ਮੀਨੀ ਪੱਧਰ ਤੇ ਉਸ ਤਰੀਕੇ ਨਾਲ ਨਹੀਂ ਜਾਂਦੇ, ਜਿਹੜਾ ਵੱਡਾ ਮੀਡੀਆ ਉਹ ਜਾ ਕੇ ਇੱਕ ਰਿਪੋਰਟ ਬਣਾ ਕੇ ਇਹਦੀ ਨਸ਼ਰ ਕਰੇ, ਨਾਲੇ ਸਰਕਾਰ ਨੂੰ ਦਿਖਾਏ, ਨਾਲੇ ਲੋਕਾਂ ਨੂੰ ਪਤਾ ਲੱਗੇ ਕਿ ਲੋਕਾਂ ਨੂੰ ਕਿਹੜੀਆਂ ਸਹੂਲਤਾਂ। ਲੋਕ ਇਹ ਵੀ ਕਹਿੰਦੇ ਨੇ ਕਿ ਅਸੀਂ ਤਾਂ ਰੋਡ ਟੈਕਸ ਭਰਦੇ ਆ, ਤੁਸੀਂ ਸਾਨੂੰ ਕੀ ਦਿੰਦੇ ਹੋ? ਗੱਡੀ ਲੈਂਦੇ ਆ ਸਾਰੀ ਰੋਡ ਟੈਕਸ ਭਰ ਲਿਆ ਜਾਂਦਾ, ਤੇ ਫਿਰ ਸਰਕਾਰ ਕੀ ਸਹੂਲਤਾਂ ਦਿੰਦੀ ਹੈ? ਟੋਲ ਟੈਕਸਾਂ ਦਾ ਵੀ ਵਿਰੋਧ ਹੁੰਦਾ। ਉੱਪਰੋਂ ਕੇਂਦਰ ਕਹਿੰਦੀ ਹੈ ਕਿ ਅਸੀਂ ਟੋਲ ਟੈਕਸ ਜਿਹੜੇ ਨੇ ਉਹ ਸਾਰੇ ਆਟੋਮੈਟਿਕ ਕਰ ਦੇਣੇ ਨੇ, ਹੁਣ ਮਸ਼ੀਨਾਂ ਲਾ ਦੇਣੀਆਂ, ਤੁਹਾਨੂੰ ਰੁਕਣ ਦੀ ਲੋੜ ਨਹੀਂ, ਤੁਹਾਡਾ ਫਾਸਟੈਗ ਚੱਲ ਜਾਇਆ ਕਰਨਾ। ਰੌਲੇ ਫਾਸਟੈਗ ਦੇ ਵੀ ਬਹੁਤ ਨੇ, ਜੇ ਸਵਾਲ ਕਰੋ ਤੇ ਸਵਾਲ ਬਹੁਤ ਲੰਬੇ ਹੋ ਜਾਂਦੇ ਨੇ। ਫਾਸਟੈਗ ਦੇ ਲੋਕ ਘਰੇ ਬੈਠਿਆਂ ਬੈਠੇ ਲੋਕਾਂ ਦੇ ਟੋਲ ਟੈਕਸ ਕੱਟੇ ਜਾਂਦੇ ਨੇ, ਫਿਰ ਜਾ ਕੇ ਕੰਪਨੀ ਵਾਲਿਆਂ ਨਾਲ ਮੱਥੇ ਮਾਰਨੇ ਪੈਂਦੇ ਨੇ। ਜੇ ਮੁੱਖ ਮੰਤਰੀ ਸਾਹਿਬ ਤੱਕ ਇਹ ਗੱਲ ਪਹੁੰਚਦੀ ਹੋਵੇ ਤੇ ਲੋਕਾਂ ਨੂੰ ਜੇ ਸੁਖਾਲੇ ਕਰਨਾ, ਤਾਂ ਇਹ ਜਿਹੜੇ ਨਿੱਕੇ ਨਿੱਕੇ ਲੋਕਾਂ ਦੇ ਵਿਚਾਲੇ ਦਾ ਪੇਚ ਤੁਸੀਂ ਫਸਾਏ ਹੋਏ ਨੇ, ਉਹਦੇ ਉੱਤੇ ਵੀ ਕੰਮ ਕਰਨ ਦੀ ਲੋੜ ਹੈ। ਮੈਂ ਹੁਣ ਸਮਝ ਸਾਹਿਬ ਜਿਹੜਾ ਇੱਕ ਇਹ ਵੀ ਬੜੀ ਅਹਿਮ ਖਬਰ ਹੈ, ਹਾਲਾਂਕਿ ਸ਼ੁਰੂਆਤ ਵਿੱਚ ਲੈਣੀ ਸੀ, ਪਰ ਚਲੋ ਅੱਜ ਅਧਿਆਪਕ ਦਿਵਸ ਹੈ। ਅਧਿਆਪਕ ਦਿਵਸ ਨੂੰ ਲੈ ਕੇ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਇੱਕ ਬੜਾ ਵੱਡਾ ਸੂਬਾ ਪੱਧਰੀ ਪ੍ਰੋਗਰਾਮ ਕਰਨਾ ਮੁੱਖ ਮੰਤਰੀ ਭਗਵੰਤ ਮਾਨ ਨੇ, ਤੇ ਉਸੇ ਧਰਤੀ ਤੇ ਦੂਜੇ ਬੰਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਾਈ ਜੀਵਨ ਸਿੰਘ ਜੀ ਦਾ ਜਿਹੜਾ ਉਹ ਦਿਹਾੜਾ ਮਨਾਇਆ ਜਾ ਰਿਹਾ। ਇਹ ਦੋਵੇਂ ਪ੍ਰੋਗਰਾਮ ਬਹੁਤ ਅਹਿਮ ਨੇ। ਅਧਿਆਪਕਾਂ ਦਾ ਹਾਲ ਕੀ ਹੈ? ਪ੍ਰਿੰਸੀਪਲ ਜਿਹੜੇ ਨੇ ਸਕੂਲਾਂ ਦੇ ਵਿੱਚ ਲੱਗੇ ਨੇ, ਹਾਲੇ ਤੱਕ ਐਡੀਸ਼ਨਲ ਚਾਰਜ ਦਿੱਤੇ ਹੋਏ ਨੇ, ਤੇ ਉਧਰੋਂ ਭਾਈ ਜੀਵਨ ਸਿੰਘ ਦੇ ਨਾਮ ਤੇ ਜੇ ਪ੍ਰੋਗਰਾਮ ਹੁੰਦਾ ਤਾਂ ਕਿਤੇ ਨਾ ਕਿਤੇ ਨਜ਼ਰ ਆਉਂਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੁਣ ਮਹਿਸੂਸ ਕਰਦੀ ਹੈ ਕਿ ਅਸੀਂ ਪਛੜਿਆਂ ਨੂੰ ਹੋਰ ਪਛਾੜ ਕੇ ਰੱਖਿਆ। ਸੁਖਵਿੰਦਰ ਜੀ, ਪਹਿਲਾਂ ਮੈਂ ਗੱਲ ਕਰੂੰਗਾ ਧਰਮ ਦੀ, ਕਿਉਂਕਿ ਭਗਵੰਤ ਮਾਨ ਉਹਨਾਂ ਦੀ ਆਪਾਂ ਪਿਛਲੀ ਖਬਰ 'ਚ ਵੀ ਚਰਚਾ ਕਰ ਚੁੱਕੇ ਆ, ਤਾਂ ਥੋੜਾ ਜਿਹਾ ਵਿਰਾਮ ਲੱਗਣਾ ਚਾਹੀਦਾ ਉਹਨਾਂ ਨੂੰ। ਜੇ ਬਾਬਾ ਜੀਵਨ ਸਿੰਘ ਦੀ ਉਹ ਇੱਕ ਵੱਡਾ ਸਮਾਗਮ ਮਨਾ ਰਹੇ ਨੇ, ਮੈਂ ਪੁੱਛਦਾ ਕਿ ਕੀ ਅਸੀਂ ਤਵੱਕੁ ਕਰੀਏ ਕਿ ਜਥੇਦਾਰ ਅਕਾਲ ਤਖਤ ਅੱਜ ਇਹ ਐਲਾਨ ਕਰਨਗੇ ਕਿ ਹਰ ਪਿੰਡ ਦੇ ਵਿੱਚ ਸਿਰਫ ਇੱਕੋ ਗੁਰੂ ਘਰ ਹੋਵੇਗਾ? ਜਿਹੜੇ ਜ਼ਾਤਾਂ ਦੇ ਆਧਾਰ ਦੇ ਉੱਪਰ ਗੁਰੂ ਘਰ ਖੁੱਲੇ ਨੇ ਉਹਨਾਂ ਨੂੰ ਮਾਨਤਾ ਨਹੀਂ ਹੋਵੇਗੀ। ਸਿਰਫ ਇੱਕੋ ਗੁਰੂ ਘਰ ਹੋਵੇਗਾ, ਉਹਦੇ ਵਿੱਚ ਕੋਈ ਜਦੋਂ ਮਰਜ਼ੀ ਜਾਵੇ, ਜਦੋਂ ਮਰਜ਼ੀ ਆਵੇ, ਲੰਗਰ ਚੱਲੇਗਾ। ਔਰ ਜਿਹੜੇ ਬਾਕੀ ਗੁਰਦੁਆਰਿਆਂ ਦੀਆਂ
ਬਿਲਡਿੰਗਸ ਬਣੀਆਂ ਹੋਈਆਂ ਨੇ ਉਹਨਾਂ ਨੂੰ ਯੂਨੀਵਰਸਿਟੀ ਆਪਣੇ ਸਕੂਲਾਂ ਦੇ ਵਿੱਚ ਤਬਦੀਲ ਕੀਤਾ ਜਾਵੇਗਾ, ਲਾਇਬ੍ਰੇਰੀਜ਼ ਦੇ ਵਿੱਚ ਤਬਦੀਲ ਕੀਤਾ ਜਾਵੇਗਾ, ਕੋਚਿੰਗ ਸੈਂਟਰਾਂ ਦੇ ਵਿੱਚ ਤਬਦੀਲ ਕੀਤਾ ਜਾਵੇਗਾ। ਕੀ ਐਸਜੀਪੀਸੀ ਐਡੇ ਵੱਡਾ ਜ਼ਿੰਮੇਵਾਰੀ ਲੈਣ ਲਈ ਤਿਆਰ ਆ? ਕਿਉਂਕਿ ਸਿਰਫ ਸਮਾਗਮ ਕਰਕੇ ਉੱਥੇ ਕਨਾਤਾਂ ਲਾ ਕੇ ਸ੍ਰੀ ਕੇਸਗੜ੍ਹ ਸਾਹਿਬ ਬੱਚੇ ਆਪਣੇ ਜਿਹੜੇ ਐਸਜੀਪੀਸੀ ਦੇ ਸਕੂਲਾਂ ਦੇ ਬੱਚੇ ਨੇ ਉਹਨਾਂ ਨੂੰ ਇਕੱਠ ਕਰਕੇ ਨਾਅਰੇ ਲਵਾ ਕੇ ਉਹ ਹਾਲ ਦੇ ਵਿੱਚ ਜਿੱਥੇ ਗਰਮੀ ਦੇ ਵਿੱਚ ਬੈਠਣਾ ਵੀ ਮੁਸ਼ਕਿਲ ਆ ਤੇ 4,000 ਬੰਦੇ ਦਾ ਇਕੱਠ ਹੁੰਦਾ ਉੱਥੇ ਅੰਦਰ ਮੁਸ਼ਕਿਲ ਨਾਲ, ਬਾਕੀ ਬਾਹਰ ਨੇ ਲੰਗਰ ਵਿੱਚ ਛਕਣਗੇ, ਲੰਗਰ ਛਕਣਗੇ। ਮੈਂ ਕਹਿੰਦਾ ਉੱਥੇ ਐਲਾਨ ਕੀ ਕਰਦੇ ਨੇ, ਜਥੇਬੰਦੀ ਜਾਂ ਜਥੇਦਾਰ ਦੇ ਆ ਜਾਣ ਨਾਲ ਸਮਾਗਮ ਕਰ ਲੈਣ ਨਾਲ ਸਰਕਾਰ ਦੇ ਬਰਾਬਰ ਸਮਾਗਮ ਕਰ ਲੈਣ ਨਾਲ ਤਾਂ ਕੁਝ ਨਹੀਂ ਹੋ ਜਾਣਾ। ਨਾ ਸਰਕਾਰ ਦਾ ਕੁਝ ਹੋਣਾ ਕਿ ਜੇ ਉਹ ਧਰਮ ਦੇ ਬਰਾਬਰ ਖੜਾ ਹੋ ਕੇ ਸਮਾਗਮ ਕਰਦਾ ਹੈਗਾ। ਸਮਾਗਮ ਦਾ ਭਾਵ ਇਹ ਆ ਕਿ ਉਹ ਕਾਰਜਸ਼ੀਲ ਕਿਸ ਲਈ ਹੋ ਰਹੇ ਨੇ, ਕਾਰਜਸ਼ੀਲ ਹੋਣਾ। ਉਹ ਗੱਲ ਕਰ ਰਹੇ ਨੇ ਕਿ ਜਿਹੜੇ ਨਿਹੰਗ ਸਿੰਘਾਂ ਦੇ ਖਿਲਾਫ ਸਰਕਾਰ ਨੇ ਪਰਚੇ ਕੱਟੇ ਨੇ ਉਹ ਬੰਦ ਕੀਤੇ ਜਾਣ। ਕਿਉਂ? ਜੇ ਉਹ ਨਿਹੰਗ ਸਿੰਘ ਸਰਕਾਰ ਨੇ ਉਹੀ ਫੜੇ ਨੇ ਜਿਹੜੇ ਬੀਬੀ ਮਰੀਅਮ ਦੀ ਮੂਰਤੀ ਤੋੜ ਕੇ ਉਹਦਾ ਗਲ ਵੱਢ ਕੇ ਲੈ ਕੇ ਆਏ ਨੇ, ਫਿਰ ਉਹ ਨਿਹੰਗ ਸਿੰਘ ਗੁਰੂ ਦੇ ਲਾਡਲੇ ਕਿਵੇਂ ਹੋ ਗਏ? ਕਿਉਂਕਿ ਗੁਰੂ ਤਾਂ ਸਰਬ ਸਾਂਝੀਵਾਲਤਾ ਦਾ ਸੰਦੇਸ਼ ਦਿੰਦਾ, ਉਹ ਤਾਂ ਕਿਸੇ ਦੂਜੇ ਧਰਮ ਦੀ ਨਫ਼ਰਤ ਦੀ ਆਗਿਆ ਹੀ ਨਹੀਂ ਦਿੰਦਾ। ਜੇ ਉਹ ਦੂਸਰੇ ਧਰਮ ਦੀ ਨਫ਼ਰਤ ਦੀ ਆਗਿਆ ਦਿੰਦਾ ਹੁੰਦਾ ਤਾਂ ਖਾਲਸਾ ਏਡ ਵਾਲਾ ਰਵੀ ਸਿੰਘ ਪਾਕਿਸਤਾਨ 'ਚ ਕੀ ਕਰ ਰਿਹਾ ਹੈ? ਉਹ ਬਰਤਾਨੀਆ ਵਿੱਚ ਕੀ ਕਰ ਰਿਹਾ ਹੈਗਾ ਜਿਹੜਾ ਈਸਾਈਆਂ ਦਾ ਮੁਲਕ ਆ? ਉਹ ਅਮਰੀਕਾ ਵਿੱਚ ਕਿਉਂ ਚਲਾ ਰਿਹਾ ਜਿੱਥੇ ਈਸਾਈ ਕੰਮ ਕਰ ਰਹੇ ਨੇ? ਰਵੀ ਸਿੰਘ ਖਾਲਸਾ ਏਡ ਦੇ ਨਾਂ ਦੇ ਉੱਤੇ ਸੇਵਾ ਕਰ ਰਿਹਾ ਤੇ ਫਿਰ ਕਿੱਥੇ ਜਥੇਦਾਰ ਅਕਾਲ ਤਖਤ ਦੀ ਵਿਉਂਤਬੰਦੀ ਕਿੱਥੇ ਖੜੀ ਹੈਗੀ ਆ? ਸਾਡੇ ਜਿਹੜਾ ਕਹਿ ਰਹੇ ਨੇ ਕਿ ਧਰਮ ਪਰਿਵਰਤਨ ਸਿੱਖਾਂ ਤੋਂ ਈਸਾਈਆਂ ਵਿੱਚ ਹੋ ਰਿਹਾ, ਉਹਦੀ ਪੜਚੋਲ ਕੌਣ ਕਰੇਗਾ? ਕੀ ਕਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੋਈ ਇਸ ਤਰ੍ਹਾਂ ਦੀ ਖੋਜ ਵਿਧੀ ਅਪਣਾਈ, ਕੋਈ ਬੰਦੇ ਲਾਏ, ਟੈਕਨੀਕਲ ਕਮੇਟੀ ਬਣਾਈ ਕਿ ਜੇ ਸਿੱਖਾਂ ਦੀਆਂ, ਜਿਨ੍ਹਾਂ ਨੂੰ ਤੁਸੀਂ ਸਿੱਖ ਕਹਿੰਦੇ ਹੋ ਪਰ ਉਹ ਦਰੜੇ ਹੋਏ ਸਿੱਖ ਨੇ ਤੇ ਉਹਨਾਂ ਨੂੰ ਨਾਲ ਦੀ ਨਾਲ ਛੋਟੀਆਂ ਜ਼ਾਤਾਂ ਵਾਲੇ ਕਹਿ ਕੇ ਵੀ ਸੰਬੋਧਿਤ ਕੀਤਾ ਜਾਂਦਾ, ਉਹਨਾਂ ਨੂੰ ਬਾਲਮੀਕੀ ਸਿੱਖ ਕਿਹਾ ਜਾਂਦਾ, ਉਹਨੂੰ ਰਵਿਦਾਸੀਏ ਸਿੱਖ ਕਿਹਾ ਜਾਂਦਾ, ਉਹਨਾਂ ਨੂੰ ਸਿੱਖ ਕਿਉਂ ਨਹੀਂ ਕਿਹਾ ਜਾਂਦਾ? ਔਰ ਉਹਨਾਂ ਨੇ ਜਿਹੜੀ ਕਨਸਟੀਟਿਊਸ਼ਨ ਦੇ ਵਿੱਚ ਜਿਹੜੀ ਜਾਤਾਂ ਦੀ ਸਾਡੀ ਸਾਰੀ ਗੱਲਬਾਤ ਹੈਗੀ ਆ, ਇਹਨੂੰ ਸ਼੍ਰੋਮਣੀ ਕਮੇਟੀ ਮਾਨਤਾ ਕਿਉਂ ਦਿੰਦੀ ਹੈਗੀ ਆ? ਤੁਸੀਂ ਇੱਕ ਪਾਸੇ ਤਾਂ ਕੇਂਦਰ ਸਰਕਾਰ ਵੱਲੋਂ ਜਿਹੜੀਆਂ ਜਾਤਾਂ ਦੇ ਆਧਾਰਿਤ ਵੰਡ ਹੈਗੀ ਆ ਉਹਨੂੰ ਮਾਨਤਾ ਦਿੰਦੇ ਹੋ, ਫਿਰ ਤੁਸੀਂ ਕਹਿੰਦੇ ਹੋ ਕਿ ਧਰਮ ਦੇ ਵਿੱਚ ਆਪਸ ਵਿੱਚ ਵੰਡ ਨਹੀਂ ਹੈਗੀ। ਤੁਸੀਂ ਬਾਬਾ ਜੀਵਨ ਸਿੰਘ ਦਾ ਸਮਾਗਮ ਨਹੀਂ ਬਣਾ ਰਹੇ ਹੋ, ਤੁਸੀਂ ਖੜੇ ਕਿੱਥੇ ਹੋ? ਤੁਸੀਂ ਆਪਣਾ ਸਟੈਂਡ ਤਾਂ ਕਲੀਅਰ ਕਰੋ। ਜਥੇਦਾਰ ਅਕਾਲ ਤਖਤ ਨੂੰ ਮੇਰੀ ਸਨਿਮਰ ਬੇਨਤੀ ਹੈ ਕਿ ਉਹ ਤਾਂ ਕਲੀਅਰ ਕਰਨ, ਆਰਡਰ ਕਰਨ। ਜੇ ਉਹ ਇਹ ਆਰਡਰ ਕਰਦੇ ਨੇ ਕਿ ਅਸੀਂ ਬੱਚਿਆਂ ਨੂੰ ਹਥਿਆਰਾਂ ਦੀ ਸਿਖਲਾਈ ਦੇਵਾਂਗੇ ਤੇ ਉਹ ਇਹ ਆਰਡਰ ਕਿਉਂ ਨਹੀਂ ਕਰ ਸਕਦੇ ਕਿ ਅਸੀਂ ਪਾੜਾ ਖਤਮ ਕਰੇਗਾ, ਜਾਤ ਪਾਤ ਖਤਮ ਹੋਏਗੀ, ਇੱਕ ਹੋਏਗਾ, ਕਿਸੇ ਵੀ ਆਪਣੀ ਮਰਿਆਦਾ ਸਾਰਿਆਂ ਦੀ ਇੱਕ ਹੋਏਗੀ? ਨਹੀਂ, ਗੱਲਾਂ ਸਿਰਫ ਰਾਜਨੀਤੀ ਨੂੰ, ਅਕਾਲੀ ਦਲ ਦੇ ਮਰੇ ਹੋਏ ਅਕਸ ਨੂੰ ਦੁਬਾਰਾ ਬੰਦੀ ਸਿੰਘਾਂ ਦੇ ਬਹਾਨੇ ਛੁਡਾਉਣ ਦੇ ਨਾਮ ਦੇ ਉੱਪਰ ਇੱਕ ਦੁਬਾਰਾ ਆਪਣੇ ਆਪ ਨੂੰ ਰੀਕ੍ਰੀਏਟ ਕਰਨ ਦੀ ਕੋਸ਼ਿਸ਼ ਹੋ ਰਹੀ ਆ। ਅਕਾਲੀ ਦਲ ਵੱਲੋਂ ਆਖਰੀ ਹੰਬਲਾ ਮਾਰਿਆ ਜਾ ਰਿਹਾ। ਇਹ ਸਾਰੇ ਤਨਖਾਹੀਏ ਨੇ ਅਕਾਲੀ ਦਲ ਦੇ, ਬਾਦਲ ਦੇ। ਜਿਸ ਤਰੀਕੇ ਨਾਲ ਪਹਿਲੇ ਜਥੇਦਾਰ ਵਿਦੰਤੀ ਸੀ ਜਾਂ ਗੁਰਮੁਖ ਸਿੰਘ ਸੀਗੇ ਜਿਨ੍ਹਾਂ ਨੇ YouTube ਦੇ ਉੱਪਰ ਆ ਕੇ ਬੋਲਿਆ ਸੀ ਕਿ ਸਾਨੂੰ ਮੁੱਖ ਮੰਤਰੀ ਨੇ ਆਪਣੀ ਕੋਠੀ ਵਿੱਚ ਬੁਲਾ ਕੇ ਕਿਹਾ ਸੀ ਕਿ ਆਹ ਚਿੱਠੀ ਆ, ਇਹਦੇ ਉੱਤੇ, ਇਹ ਚਿੱਠੀ ਦੇ ਉੱਤੇ ਬਾਬਾ ਰਾਮ ਰਹੀਮ ਦੇ ਦਸਤਖਤ ਮੈਂ ਕਰਵਾ ਦਿੱਤੇ ਨੇ ਤੇ ਮਾਫੀਨਾਮਾ ਜਾ ਕੇ ਉਦੋਂ ਐਲਾਨ ਕਰ ਦਿੱਤਾ ਜਾਵੇ। ਇਹ ਉਹੀ ਪਿਆਦੇ ਨਵੇਂ ਰੂਪ ਦੇ ਵਿੱਚ ਇੱਕ ਹੋਰ ਕੰਮ ਕਰ ਰਹੇ ਨੇ ਜੋ ਬਾਦਲਾਂ ਦੀ ਹੀ ਗੜਬਈ ਨੇ। ਇਹ ਬਾਦਲਾਂ ਦਾ ਹੀ ਪਾਣੀ ਭਰ ਰਹੇ ਨੇ। ਇਹ ਕੋਈ ਬਾਬਾ ਜੀਵਨ ਸਿੰਘ ਦੀ ਜੀਵਨੀ ਤੋਂ ਸੇਧ ਲੈ ਕੇ ਇੱਕਦਮ ਰਾਤੋਂ ਰਾਤ ਇਹਨਾਂ ਨੂੰ ਇਲਹਾਮ ਨਹੀਂ ਹੋ ਗਿਆ ਕਿ ਸਿੱਖ ਧਰਮ ਦੇ ਵਿੱਚੋਂ ਨਫ਼ਰਤ ਜਿਹੜੀ ਜ਼ਾਤ ਪਾਤ ਤੋਂ ਸ਼ੁਰੂ ਹੋਈ ਗਈ ਆ ਔਰ ਉਸੇ ਨਫ਼ਰਤ ਵਿੱਚੋਂ ਉਹ ਗਰੀਬਾਂ ਨੂੰ ਮਜਬੂਰ ਕੀਤਾ ਗਿਆ ਉਹ ਡੇਰਿਆਂ ਦੇ ਵਿੱਚ ਜਾਣ ਲਈ। ਤੇ ਅੱਜ ਜਦੋਂ ਡੇਰਿਆਂ ਦਾ ਵੀ ਕੰਮ ਇੰਨਾ ਵੱਧ ਗਿਆ ਕਿ ਅੱਜ ਜਿਹੜੇ ਸੰਤ ਨੇ ਉਹ ਜ਼ਿਆਦਾ ਇੱਕ ਆਪਣੇ ਆਪ ਨੂੰ ਉੱਚੀ ਕੌਮ ਕਹਾਉਂਦੀ ਆ ਉਹਨਾਂ ਵਿੱਚੋਂ ਆ ਗਏ ਨੇ, ਕਾਬਜ਼ ਹੋ ਗਏ ਨੇ, ਤਾਂ ਹੁਣ ਉਹ ਨਵੇਂ ਧਰਮਾਂ ਵਿੱਚ ਜਾ ਰਹੇ ਨੇ। ਇਹ ਵੀ ਨਹੀਂ ਪ੍ਰੂਵ ਹੋ ਰਿਹਾ ਕਿ ਜਾ ਰਹੇ ਨੇ, ਪਰ ਇਹ ਕਹਿ ਰਹੇ ਨੇ ਕਿ ਜਾ ਰਹੇ ਨੇ। ਸੋ ਗੱਲਾਂ ਆ ਜਾਂਦੀਆਂ ਨੇ ਸੁਖਵਿੰਦਰ ਜੀ ਕਿ ਜਿਹੜਾ ਸਾਡਾ ਸਟੈਂਡ ਆ ਉਹ ਡਿਲਮਾ ਦੇ ਵਿੱਚ ਇਹਨਾਂ ਲੋਕਾਂ ਦੀਆਂ ਅੱਖਾਂ ਵਿੱਚ ਧੂਆਂ ਕਿਉਂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ? ਧਰਮ ਦੇ ਨਾਂ ਦੇ ਉੱਪਰ ਰਾਜਨੀਤੀ ਦੀਆਂ ਰੋਟੀਆਂ ਕਿਉਂ ਸੇਕੀਆਂ ਜਾ ਰਹੀਆਂ ਨੇ? ਗੱਲ ਬਾਬਾ ਜੀਵਨ ਸਿੰਘ ਜੀ ਦੀ ਹੋ ਰਹੀ ਆ ਪਰ ਮੁੜ ਸਰਜੀਤ ਅਕਾਲੀ ਦਲ ਬਾਦਲ ਨੂੰ ਕੀਤਾ ਜਾ ਰਿਹਾ ਹੈਗਾ।
ਇਹਨੂੰ ਸਮਝਣ ਦੀ ਲੋੜ ਹੈਗੀ। ਸੁਖਵਿੰਦਰ ਸਮਝ ਆਪਣੇ ਕੋਲ ਸਮਾਂ ਸੀਮਤ ਹੈ। ਇੱਕ ਤਾਂ ਅਧਿਆਪਕਾਂ ਵਾਲੇ ਮਸਲੇ ਤੇ ਜ਼ਰੂਰ ਆਪਣਾ ਤੁਸੀਂ ਦੱਸਿਓ, ਵਿਚਾਰ ਰੱਖਿਓ। ਦੂਜਾ ਮੈਂ ਅਖੀਰ ਜੋ ਵੀ ਗੱਲ ਨਾਲ ਹੀ ਜੋੜ ਦਿੰਦਾ, ਇਕੱਠਾ ਜਵਾਬ ਦਿਓ ਕਿ ਮਮਤਾ ਬੈਨਰਜੀ ਸਰਕਾਰ ਦੇ ਉੱਤੇ 3500 ਕਰੋੜ ਦਾ ਜੁਰਮਾਨਾ ਲੱਗਿਆ ਵਾਤਾਵਰਣ ਦਾ, ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਲਾਇਆ। ਪੰਜਾਬ ਦੇ ਵਿੱਚੋਂ ਵੀ ਕੁਝ ਰਿਪੋਰਟਾਂ ਜਿਹੜੀਆਂ ਉਹ ਜਾਂਦੀਆਂ ਰਹਿੰਦੀਆਂ ਨੇ। ਲੁਧਿਆਣੇ ਦੇ ਵਿੱਚ ਕੀ ਹਾਲ ਹੈ ਬੁੱਢੇ ਨਾਲੇ ਦਾ, ਜਾਂ ਇੱਕ ਜ਼ੀਰੇ ਵਾਲੀ ਫੈਕਟਰੀ ਦੇ ਬਾਹਰ ਲੋਕ ਉੱਥੇ ਬੈਠੇ ਨੇ ਕਈ ਮਹੀਨਿਆਂ ਤੋਂ, ਕਈ ਪਿੰਡਾਂ ਦੇ ਲੋਕ ਬੈਠੇ ਨੇ, 1 ਮਹੀਨੇ ਤੋਂ ਉੱਤੇ ਦਾ ਟਾਈਮ ਹੋ ਗਿਆ। ਉਹ ਕਹਿੰਦੇ ਕਿ ਦੇਖੋ ਅਸੀਂ ਬੋਰ ਕਰਦੇ ਹਾਂ ਤੇ ਥੱਲੋਂ ਲਾਹ ਨਹੀਂ ਨਿਕਲਦੀ ਹੈ। ਉਸ ਮਸਲੇ ਦੇ ਉੱਤੇ ਕੀ ਪੰਜਾਬ ਸਰਕਾਰ ਵੀ ਜਵਾਬਦੇਹ ਨਹੀਂ ਹੋਣੀ ਚਾਹੀਦੀ? ਪੰਜਾਬ ਸਰਕਾਰ ਆਪ ਹੀ ਆਪਣੇ ਵੱਲੋਂ ਕੋਈ ਕਦਮ ਚੁੱਕਣ ਲੱਗ ਜੇ। ਨਹੀਂ ਚੁੱਕਦੀ ਤਾਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਇਹਨਾਂ ਦੇ ਉੱਤੇ ਕੋਈ ਜੁਰਮਾਨਾ ਲਾਵੇ ਜਾਂ ਇਹਨਾਂ ਨੂੰ ਖਿਚਾਈ ਕਰੇ। ਇਹਨਾਂ ਦੀ ਕਿ ਚੱਲ ਕੀ ਰਿਹਾ, ਕੇਂਦਰ ਸਰਕਾਰ ਨੂੰ ਵੀ ਇਹਦੇ ਵਿੱਚ ਆਪਣੀ ਕੋਈ ਨਾ ਕੋਈ ਜਿਹੜੀ ਹੈ ਉਹ ਕਾਰਵਾਈ ਦਿਖਾਉਣੀ ਚਾਹੀਦੀ ਹੈ ਕਿ ਪੰਜਾਬ ਸਰਕਾਰ ਕਿਉਂ ਨਹੀਂ ਕਰਦੀ ਜੇ ਉਹ ਇੰਨੀ ਪੰਜਾਬ ਨੂੰ ਲੈ ਕੇ ਸੁਹਿਰਦ ਨੇ। ਪਹਿਲਾ ਜਵਾਬ, ਜਿਹੜਾ ਅੱਜ ਅਨੰਦਪੁਰ ਸਾਹਿਬ ਦੇ ਵਿੱਚ ਪੰਜਾਬ ਸਰਕਾਰ ਉੱਥੇ ਬਹੁਤ ਵੱਡਾ ਇਜਲਾਸ ਕਰ ਰਹੀ ਹੈ ਜਾਂ ਸਮਾਗਮ ਕਰ ਰਹੀ ਹੈ, ਸਰਕਾਰੀ ਸਮਾਗਮ ਕਰ ਰਹੇ ਨੇ ਧਾਰਮਿਕ ਸਥਾਨ ਦੇ ਉੱਤੇ। ਉਹ ਚਾਹੇ ਸਰਕਾਰ ਨੇ ਮਿਊਜ਼ੀਅਮ ਬਣਾਇਆ, ਪਰ ਉਹ ਮਿਊਜ਼ੀਅਮ ਵਿਰਾਸਤ-ਏ ਖਾਲਸਾ, ਉਹ ਇੱਕ ਧਰਮ ਦੇ ਨਾਲ ਜੁੜੀ ਹੋਈ ਇੱਕ ਮਿਊਜ਼ੀਅਮ ਹੈਗਾ। ਉੱਥੇ ਸਰਕਾਰ ਨੂੰ ਅਧਿਆਪਕਾਂ ਦਾ ਸਨਮਾਨ ਸਮਾਰੋਹ ਰੱਖਣ ਦਾ ਕੋਈ ਹੱਕ ਨਹੀਂ ਹੈਗਾ। ਇਹ ਸਰਕਾਰ ਗਲਤ ਕੰਮ ਕਰ ਰਹੀ ਆ। ਤੁਸੀਂ ਕੋਈ ਗੁਰੂ ਸਾਹਿਬ ਤੋਂ ਸੇਧ ਲੈ ਕੇ ਕੋਈ ਕੰਮ ਨਹੀਂ ਕਰ ਰਹੇ। ਗੁਰੂ ਸਾਹਿਬ ਦੀ ਕੋਈ ਤੁਸੀਂ ਸ਼ਤਾਬਦੀ ਨਹੀਂ ਮਨਾ ਰਹੇ ਜੋ ਵਿਰਾਸਤ-ਏ ਖਾਲਸਾ ਵਿੱਚ ਤੁਸੀਂ ਸਮਾਗਮ ਰੱਖਿਆ। ਇਹ ਸਰਾਸਰ ਇੱਕ ਮੈਂ ਕਹਿੰਦਾ ਕਿ ਪੋਲੀਟੀਕਲੀ ਫੈਸਲਾ ਨਹੀਂ ਹੈਗਾ, ਸੁਚੇਤ ਫੈਸਲਾ ਨਹੀਂ ਹੈਗਾ, ਇਹ ਗਲਤ ਫੈਸਲਾ ਹੈਗਾ। ਔਰ ਜਿਹੜੇ ਟੀਚਰ ਸਾਹਿਬਾਨ ਨੂੰ ਤੁਸੀਂ ਸਨਮਾਨਿਤ ਕਰਨ ਦੇ ਉੱਪਰ ਤੁਸੀਂ ਲੱਖਾਂ ਕਰੋੜਾਂ ਰੁਪਇਆ ਸਰਕਾਰ ਦਾ ਅਜਾਈ ਖਰਚੋਗੇ। ਜਿਹੜੇ ਤੁਸੀਂ ਟੀਚਰ ਨੂੰ ਸਨਮਾਨ ਦੇਣਾ, ਉਹ ਜਿਹੜਾ ਤੁਸੀਂ ਖਰਚਾ ਕਰਨਾ ਸੀ, ਉਹ ਰਾਸ਼ੀ ਤੁਸੀਂ ਉਹ ਟੀਚਰਾਂ ਵਿੱਚ ਵੰਡ ਦਿੰਦੇ, ਉਹ ਬੱਚਿਆਂ ਦੇ ਵਿੱਚ ਉਸ ਤਰੀਕੇ ਨਾਲ ਲਾਗਤ ਤੇ ਲਾਉਂਦੇ। ਜਿਹੜੇ ਸਕੂਲ ਵਿੱਚ ਉਹ ਟੀਚਰ ਪੜ੍ਹਾ ਰਹੇ ਹੈਗੇ ਆ ਉਹਦੇ ਤੇ ਲਾਗਤ ਲਾ ਦਿੰਦੇ, ਉੱਥੇ ਕੋਈ ਲਾਇਬ੍ਰੇਰੀ ਜਾਂ ਕੋਈ ਲੈਬੋਰਟਰੀ ਬਣਾ ਦਿੰਦੇ ਕਿ ਉਹ ਟੀਚਰ ਲਈ ਸਹਾਈ ਹੁੰਦਾ। ਉਹ ਲੈਬੋਰਟਰੀਆਂ ਉਹਨਾਂ ਦੇ ਨਾਮ ਦੇ ਉੱਪਰ ਬਣਾ ਦਿੰਦੇ ਤਾਂ ਕਿ ਬਾਕੀ ਟੀਚਰਾਂ ਲਈ ਵੀ ਉਹ ਇੱਕ ਪ੍ਰੇਰਨਾ ਸਰੋਤ ਬਣਦੇ। ਇਹ ਤਾਂ ਸ਼ਰੇਆਮ, ਜਿਵੇਂ ਤੁਸੀਂ ਦੇਖੋ ਵੀ ਮੁੱਖ ਮੰਤਰੀ ਕਿਸ ਪੱਧਰ ਤੇ ਆ ਚੁੱਕੇ ਨੇ ਕਿ ਇੱਕ ਟੋਲ ਪਲਾਜ਼ਾ ਦੀ ਮਿਆਦ ਬੰਦ ਹੋ ਗਈ ਤੇ ਉੱਥੇ ਕਲੇਮ ਕਰਨ ਆਏ ਨੇ ਕਿ ਮੈਂ ਬੰਦ ਕਰਵਾਇਆ। ਯਾਰ ਇਹ ਤਾਂ ਮਤਲਬ ਹੁਣ ਇੱਕ ਰਾਜਨੀਤਿਕ ਤੁਹਾਡੀ ਜਿਹੜੀ ਸੁਚੇਤਤਾ ਹੁੰਦੀ ਆ ਉਹਦੀ ਮਤਲਬ ਹਾਲਾਤ ਬਹੁਤ ਗਰੀਬ ਹੋ ਗਏ ਨੇ ਸੋਚ ਦੇ ਸਰਕਾਰ ਦੇ। ਮੈਨੂੰ ਲੱਗ ਨਹੀਂ ਰਿਹਾ ਕਿਉਂਕਿ ਸਰਕਾਰ ਨੇ ਭਗਵੰਤ ਮਾਨ ਉਹਨਾਂ ਕੋਲੇ ਕੋਈ ਕੰਮ ਨਹੀਂ ਛੱਡਿਆ। ਸਾਰੇ ਕੰਮ ਤਾਂ ਸਾਰੇ ਫੈਸਲੇ ਤਾਂ ਕੇਜਰੀਵਾਲ ਲੈ ਰਹੇ ਨੇ, ਸਾਰੇ ਫੈਸਲੇ ਤਾਂ ਰਾਘਵ ਚੱਡਾ ਲੈ ਰਹੇ ਨੇ ਤੇ ਭਗਵੰਤ ਮਾਨ ਵੇਲੇ ਨੇ ਉਹ ਆਹੀ ਕੰਮ ਕਰਨ ਲਈ ਨੇ। ਉਹਨਾਂ ਨੇ ਆਹ ਕੰਮ ਲੱਭ ਲਿਆ ਹੈਗਾ, ਸੋ ਇਹਨਾਂ ਕੋਲ ਇਹੀ ਕੰਮ ਹੈਗਾ। ਬਹੁਤ ਛੇਤੀ ਹੋ ਸਕਦਾ ਕਿ ਭਗਵੰਤ ਮਾਨ ਇੱਕ ਟੈਲੀਵਿਜ਼ਨ ਸ਼ੋਅ ਵੀ ਛੇਤੀ ਨਵਾਂ ਸ਼ੁਰੂ ਕਰ ਦੇਣਾ ਆਪਣਾ YouTube ਚੈਨਲ ਬਣਾ ਕੇ ਕਿ ਮੈਂ ਲੋਕਾਂ ਦੇ ਸਵਾਲਾਂ ਦਾ ਜਵਾਬ ਦਿਆ ਕਰੂੰਗਾ। ਇਹ ਵੀ ਕੋਈ ਬਾਹਲਾ ਦੂਰ ਨਹੀਂ ਹੈਗਾ। ਜੇ ਸਾਨੂੰ ਇਹ ਜਿਹਾ ਦੇਖਣ ਵਿੱਚ ਮਿਲ ਜਾਵੇ ਤਾਂ ਕੋਈ ਬਾਹਲੀ ਅਤਕਥ ਨਹੀਂ ਹੋਏਗੀ। ਹੁਣ ਰਹੀ ਗੱਲ ਮਮਤਾ ਬੈਨਰਜੀ ਨੂੰ 3500 ਕਰੋੜ ਦਾ NGT ਵੱਲੋਂ ਜੁਰਮਾਨਾ ਲਾਉਣ ਦੇ ਉੱਪਰ, ਕੁਝ ਮਹੀਨੇ ਪਹਿਲਾਂ ਆਂਧਰਾ ਪ੍ਰਦੇਸ਼ ਨੂੰ ਵੀ 250 ਕਰੋੜ ਰੁਪਏ ਦਾ ਜੁਰਮਾਨਾ ਲਾਇਆ ਸੀ। ਪਰ ਗੱਲ ਇਹ ਹੈ ਕਿ 250 ਕਰੋੜ ਤੋਂ ਛਾਲ ਮਾਰ ਕੇ NGT 3500 ਕਰੋੜ ਤੇ ਜਾ ਪਹੁੰਚਿਆ। ਔਰ NGT ਕੀ ਆ? ਇੱਕ ਟੁੱਥਲੈਸ ਟਾਈਗਰ ਹੈਗਾ, ਇੱਕ ਸ਼ੇਰ ਤਾਂ ਹੈਗਾ ਪਰ ਉਹਦੇ ਦੰਦ ਨਹੀਂ ਹੈਗੇ। ਉਹਦੇ ਜਾ ਕੇ ਸਰਕਾਰ ਨੇ ਦੂਸਰੀ ਆਪਣੀ ਕੋਰਟ ਵਿੱਚ ਦਾਇਰ ਕਰ ਦੇਣਗੇ, ਲੜਾਈ ਹੋਏਗੀ, ਉਹਦੇ ਵਿੱਚ ਹੀ ਦੁਬਾਰਾ ਡਬਲ ਬੈਂਚ ਦੇ ਉੱਤੇ ਜਾਂ ਸਿੰਗਲ ਬੈਂਚ ਦੇ ਉੱਪਰ ਦੁਬਾਰਾ ਸੁਣਵਾਈ ਲਈ ਅਰਜ਼ੀ ਦੇ ਦਿੱਤੀ ਜਾਏਗੀ। ਕਿਉਂਕਿ ਜੁਰਮਾਨੇ ਸਰਕਾਰਾਂ ਮੈਂ ਭਰਦੀਆਂ ਦੇਖੀਆਂ ਨਹੀਂ ਕਦੇ ਇਹੋ ਜਿਹੇ। ਬੁੱਢੇ ਨਾਲੇ ਦੀ ਗੱਲ ਕਰ, 2019 ਦੇ ਵਿੱਚ ਦਾਸ ਨੇ ਇੱਕ ਆਪਣੇ ਚੈਨਲ ਦੇ ਉੱਪਰ ਕੰਮ ਕਰਦੇ ਹੋਏ, ਉਦੋਂ ਮੈਂ ETV ਭਾਰਤ ਦਾ ਸੰਪਾਦਕ ਹੁੰਦਾ ਸੀ ਹੈਦਰਾਬਾਦ ਵਿੱਚ, ਅਸੀਂ ਬੁੱਢੇ ਨਾਲੇ ਦੀ ਕੰਪੇਨ ਸ਼ੁਰੂ ਕੀਤੀ ਸੀ। ਬੁੱਢੇ ਨਾਲੇ ਦੇ ਨਾਲ ਲੱਗਦੇ ਸੈਂਕੜੇ ਪਿੰਡਾਂ ਵਿੱਚ ਕੈਂਸਰ ਦੀ ਬਿਮਾਰੀ ਹੈਗੀ ਆ। ਕੋਈ ਮੰਤਰੀ ਜਾਵੇ ਉੱਥੇ, ਇੱਕ ਮੰਤਰੀ ਜੇ ਜਾ ਕੇ ਖੜ ਜੇ, ਮੇਰਾ ਨਾਮ ਬਦਲ ਦਿਓ। 15 ਅਗਸਤ ਵਾਲੇ ਦਿਨ ਵਿਜੇ ਇੰਦਰ ਸਿੰਗਲਾ ਕਿਤੇ 2019 ਨੂੰ ਲੁਧਿਆਣੇ ਝੰਡਾ ਚੜਾਉਣ ਆਏ ਸੀ। ਸਾਡੇ ETV ਭਾਰਤ ਦੇ ਚੈਨਲ ਦੇ ਪੱਤਰਕਾਰ ਸਾਹਿਬਾਨ ਨੇ, ਸਿੰਧ ਸਾਹਿਬ ਨੇ, ਉੱਥੇ NGOs ਨੂੰ ਲੈ ਕੇ ਲੋਕਲ ਪਿੰਡਾਂ ਦੀਆਂ ਪੰਚਾਇਤਾਂ ਜਿਹੜੀਆਂ ਬੁੱਢੇ ਨਾਲੇ ਦੇ ਨਾਲ ਨੇ, 125 ਬੰਦੇ ਦਾ ਇਕੱਠ ਲੈ ਕੇ ਸਨਮਾਨਿਤ ਕੀਤਾ ਸੀ ਵਿਜੇ ਇੰਦਰ ਸਿੰਗਲਾ ਨੂੰ। ਉਹ ਪਿੰਡਾਂ ਦੇ ਪਾਣੀ ਦੇ ਸੈਂਪਲ ਫੜਾ ਕੇ, ਕੱਚ ਦੀਆਂ ਬੋਤਲਾਂ ਸੀ, ਕਾਲੇ ਪਾਣੀ ਸੀ, ਔਰ ਸ਼ਰਮ ਆਈ ਸੀ ਸਰਕਾਰ ਨੂੰ। 600 ਕਰੋੜ ਰੁਪਏ ਦਾ ਐਲਾਨ ਕੀਤਾ ਸੀ। ਉਦੋਂ ਪੰਜਾਬੀ ਦਾ ਬਾਕੀ ਮੀਡੀਆ ਵੀ ਬਹੁਤ ਐਕਟਿਵ ਹੋਇਆ ਸੀ, ਜਿੰਨੇ ਵੀ ਚੈਨਲ ਨੇ ਐਕਟਿਵ ਹੋਏ ਸੀ। ਸਰਕਾਰ ਨੇ ਐਲਾਨ ਕਰਤਾ ਸੀਗਾ, ਭੈਣੀ ਸਾਹਿਬ ਵਾਲਿਆਂ ਨੂੰ ਸਿਹਰਾ ਦੇਤਾ ਸੀਗਾ
ਬਟ ਉਹ ਉੱਥੇ ਹੀ ਖੜਾ। ਅੱਜ ਵੀ ਉਹ 600 ਕਰੋੜ ਰੁਪਇਆ ਜੋ ਅਮਰਿੰਦਰ ਸਿੰਘ ਨੇ 19 ਵਿੱਚ ਐਲਾਨਿਆ ਸੀ ਅਕਤੂਬਰ ਦੇ ਵਿੱਚ, ਉਹ ਕਿੱਥੇ ਆ? ਉਹਦੇ ਵਿੱਚੋਂ 100 ਕਰੋੜ ਰੁਪਇਆ ਵੀ ਨਹੀਂ ਲੱਗਿਆ ਹੈ। ਸੋ ਰਾਵੀ ਦਰਿਆ ਦੇ ਵਿੱਚ ਜਦੋਂ ਸਰਕਾਰ ਬਣੀ ਸੀਗੀ ਅਮਰਿੰਦਰ ਸਿੰਘ ਦੀ, ਉਦੋਂ ਚੱਡਿਆਂ ਦੀ ਫੈਕਟਰੀ ਦਾ ਪੂਰਾ ਪਾਣੀ ਉਹਦੇ ਵਿੱਚ ਡੁੱਲ ਗਿਆ ਸੀ। ਕਿੰਨੀਆਂ ਮਛਲੀਆਂ ਦੀਆਂ ਸਪੀਸੀਜ਼ ਖਤਮ ਹੋ ਗਈਆਂ ਸੀ, ਕਿੰਨੇ ਪਾਣੀ ਦੇ ਜਾਨਵਰ ਜਿਹੜੇ ਅੰਦਰ ਰਹਿੰਦੇ ਨੇ, ਕਿੰਨਾ ਕੁਝ ਖਤਮ ਹੋ ਗਿਆ ਸੀ। ਆਲੇ ਦੁਆਲੇ ਸਾਡੀ ਜ਼ਮੀਨ ਨੂੰ ਕਿੰਨਾ ਨੁਕਸਾਨ ਹੋਇਆ ਸੀਗਾ। ਪ੍ਰੋਗਰਾਮ ਲੰਬਾ ਹੋ ਰਿਹਾ, ਮੈਂ ਜ਼ਿਆਦਾ ਨਹੀਂ ਕਰੂੰਗਾ, ਪਰ ਮੈਂ ਇੱਕ ਜਾਂਦੇ ਉਦਾਹਰਨ ਦਊਂਗਾ। ਅਮਰੀਕਾ ਵਿੱਚ ਕਿਸੇ ਨੇ ਪਾਰਕਿੰਗ ਬਣਾ ਲਈ ਸੀ ਗਲਤ ਥਾਂ ਦੇ ਉੱਪਰ, ਉਹ ਪੱਟਣੀ ਪਈ। ਉੱਥੋਂ ਦੀ ਸਰਕਾਰ ਨੇ ਉਹ ਮਿੱਟੀ ਦੇ ਸੈਂਪਲ ਲਏ ਕਿ ਲੁੱਕ ਪਾਉਣ ਦੇ ਨਾਲ ਜਿਹੜਾ ਤੁਸੀਂ ਮਿੱਟੀ ਦਾ ਨੁਕਸਾਨ ਕੀਤਾ, ਇਹਦਾ ਇੰਨੇ ਹਜ਼ਾਰ ਜਾਂ ਇੰਨੇ ਲੱਖ ਡਾਲਰ ਜੁਰਮਾਨਾ ਭਰੋ। ਉਹਨਾਂ ਨੂੰ ਭਰਨਾ ਪਿਆ। ਔਰ ਉਸ ਤੋਂ ਬਾਅਦ ਉਹਦੇ ਤੇ ਇਹ ਵੀ ਹੋਇਆ ਸੀ ਕਿ 5 ਸਾਲ ਬਾਅਦ ਅਸੀਂ ਇਹ ਸੈਂਪਲ ਫੇਰ ਲਵਾਂਗੇ, ਜੇ ਜ਼ਮੀਨ ਫੇਰ ਨਾ ਠੀਕ ਹੋਈ ਤੁਹਾਨੂੰ ਜੁਰਮਾਨਾ ਫੇਰ ਭਰਨਾ ਪਊਗਾ। ਇਹ ਹੁੰਦੇ ਆ ਤਰੀਕੇ ਸਰਕਾਰਾਂ ਦੇ। ਉਹ ਘੱਟੋ ਘੱਟ ਜਿਹੜੀਆਂ ਵਾਤਾਵਰਣ ਨੂੰ ਬਚਾਉਣ ਦੀਆਂ ਤਰੀਕਾ ਚੀਜ਼ਾਂ ਹੈਗੀਆਂ ਨੇ, ਉਹਦੇ ਵਿੱਚ ਤਾਂ ਸਰਕਾਰਾਂ ਸੁਹਿਰਦ ਹੋ ਜਾਣ। ਅਸੀਂ ਦੇਖ ਕੇ ਤਾਂ ਸਾਡੇ ਜੰਗਲ ਵੱਢਣ ਲੱਗੇ ਹੋਏ ਸੀ, ਪੂਰੇ ਦਾ ਪੂਰਾ ਮੱਥੇ ਵਾਲਾ ਜੰਗਲ ਵੱਢ ਦੇਣਾ ਸੀ। ਇਹਨਾਂ ਨੂੰ ਤਾਂ ਜੇ 5000 ਕਰੋੜ ਦਾ ਵੀ ਸਰਕਾਰ ਜੁਰਮਾਨਾ ਕਰ ਦੇਵੇ ਪੰਜਾਬ ਸਰਕਾਰ ਨੂੰ, ਮੈਂ ਕਹਿੰਦਾ ਘੱਟ ਹੈਗਾ। ਤੁਸੀਂ 3500 ਕਰੋੜ ਦੀ ਗੱਲ ਕਰਦੇ ਹੋ ਸੁਖਵਿੰਦਰ ਜੀ। ਗੱਲ ਬਿਲਕੁਲ ਤੁਹਾਡੀ ਦਰੁਸਤ ਹੈ। ਜਦੋਂ ਇਹ ਗੁਰਬਾਣੀ ਤੇ ਗੁਰੂਆਂ ਦੇ ਫਲਸਫੇ ਤੇ ਚੱਲਣ ਦੀ ਗੱਲ ਕਰਦੇ ਨੇ ਤਾਂ ਪਵਨ ਗੁਰੂ, ਪਾਣੀ ਪਿਤਾ, ਮਾਤਾ ਧਰਤ ਮਹੱਤ, ਜੇ ਕਿਤੇ ਇਹਦੇ ਉੱਤੇ ਚੱਲਣ ਲੱਗ ਜਾਣ ਸਰਕਾਰਾਂ, ਵੈਸੇ ਤਾਂ ਨਹੀਂ, ਸਰਕਾਰਾਂ ਨੇ ਸਿਆਸਤ ਦੀ ਖੇਡਣੀ ਹੁੰਦੀ ਹੈ, ਰਾਜਨੀਤੀ ਕਰਦਿਆਂ ਉਹਦੇ ਵਿੱਚ ਹੀ ਗਲਤਾਨ ਹੋ ਜਾਂਦੇ ਨੇ। ਉਸ ਡੁਬਕੀ ਦਾ ਇੰਤਜ਼ਾਰ ਹੈ, ਜਿਹੜੀ ਡੁਬਕੀ ਸੰਤ ਬਲਬੀਰ ਸਿੰਘ ਸੀਚੇਵਾਲ ਵੇਈ ਨਦੀ ਵਿੱਚ ਲਾਉਂਦੇ ਨੇ। ਕਿਤੇ ਪੰਜਾਬ ਦੇ ਸਾਰੇ ਉਹਨਾਂ ਨਹਿਰਾਂ ਦਰਿਆਵਾਂ ਦੇ ਵਿੱਚ ਲਾਈ ਜਾਵੇ ਜਿੱਥੇ ਪਾਣੀ ਲੋਕਾਂ ਨੂੰ ਲੱਗੇ ਕਿ ਵਾਕਈ ਸਵੱਛ ਕਰ ਦਿੱਤਾ ਗਿਆ। ਹੋਰ ਵੀ ਬੜੀਆਂ ਸੰਸਥਾਵਾਂ, ਤੁਸੀਂ ਭੈਣੀ ਸਾਹਿਬ ਦਾ ਜ਼ਿਕਰ ਕੀਤਾ, ਮੇਰੇ ਧਿਆਨ ਚ ਆਉਂਦੀਆਂ ਲੁਧਿਆਣੇ ਦੇ ਆਲੇ ਦੁਆਲੇ ਜਾਂ ਲੁਧਿਆਣੇ ਦੇ ਵਿੱਚ ਬਹੁਤ ਇਹੋ ਜਿਹੀਆਂ ਸਿੱਖ ਸੰਸਥਾਵਾਂ ਨੇ, ਜਾਂ ਫਿਰ ਰਾਮ ਰਹੀਮ ਦੇ ਡੇਰੇ ਦੇ ਪੈਰੋਕਾਰ ਬਹੁਤ ਨੇ ਜਿਹੜੇ ਸਫਾਈ ਮੁਹਿੰਮ ਨੂੰ ਲੈ ਕੇ ਅੱਗੇ ਆਉਂਦੇ ਨੇ। ਬੜੇ ਡੇਰਿਆਂ ਦੇ ਪੈਰੋਕਾਰ ਬੈਠੇ ਨੇ ਜਿਹੜੇ ਆਪਣੇ ਆਪ ਨੂੰ ਕਹਿੰਦੇ ਅਸੀਂ ਸੇਵਾ ਕਰਦੇ ਹਾਂ। ਉਹਨਾਂ ਨੂੰ ਚਾਹੀਦਾ ਹੈ ਕਿ ਘੱਟੋ ਘੱਟ ਇਸ ਪਾਸੇ ਵੱਲ ਨੂੰ ਤੁਰ ਪੈਣ, ਤਾਂ ਕਿ ਸਰਕਾਰਾਂ ਨੂੰ ਵੀ ਜਿਹੜੀ ਥੋੜੀ ਬਹੁਤੀ ਸ਼ਰਮ ਆਵੇ ਕਿ ਅਸੀਂ ਜਿਹੜਾ ਉਹ ਕਿਵੇਂ ਲੋਕਾਂ ਦਾ ਲਹੂ ਚੂਸ ਰਹੇ ਹਾਂ। ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਤਖਤ ਪੰਜਾਬ ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ। ਫੇਸਬੁੱਕ ਤੇ ਫੋਲੋ ਜ਼ਰੂਰ ਕਰੋ ਤਖਤ ਪੰਜਾਬ ਨੂੰ। ਸ਼ੁਕਰੀਆ ਤੁਹਾਡਾ ਸਮਨ ਸਾਹਿਬ। ਬਹੁਤ ਸ਼ੁਕਰੀਆ।